ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਓ, ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਸਾਥੀਓ, ਅੱਜ ਦਾ ਲਾਈਵ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ, ਉਹ ਮਕਸਦ ਇਹ ਹੈ ਕਿ ਜਦੋਂ ਵੀ ਸਾਡੇ ਸਮਾਜ ਨੂੰ ਕੋਈ ਪੰਜਾਬ ਦਾ, ਖਾਸ ਕਰਕੇ ਪੰਜਾਬ ਦਾ, ਕਿਉਂਕਿ ਅਸੀਂ ਇੰਡੀਆ 'ਚ ਰਹਿੰਦੇ ਹਾਂ, ਪੰਜਾਬ 'ਚ ਰਹਿੰਦੇ ਹਾਂ ਤੇ ਪੰਜਾਬੀਅਤ ਦੀ ਗੱਲ ਕਰਦੇ ਹਾਂ, ਤੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਮੂਲ ਨਿਵਾਸੀਆਂ ਨੂੰ ਜਦੋਂ ਵੀ ਕੋਈ ਚੁੰਡੀ ਵੱਢਦਾ ਆ, ਉਦੋਂ ਭਾਰਤ ਦੇ ਮੂਲ ਨਿਵਾਸੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੱਬਰ ਸ਼ੇਰ ਸਾਹਿਬ, ਸ਼੍ਰੀ ਕਾਂਸ਼ੀ ਰਾਮ ਜੀ ਦੇ ਬੱਬਰ ਸ਼ੇਰ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੱਬਰ ਸ਼ੇਰ, ਉਦੋਂ ਉਹਨਾਂ ਜਾਤ ਹੰਕਾਰਿਆਂ ਦੀ ਧੌਣ ਦੇ ਉੱਤੇ ਗੋਡਾ ਰੱਖਣ 'ਚ ਮਸ਼ਹੂਰ ਆ। ਤੇ ਮੈਂ ਬੜਾ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਆ ਕਿ ਮੈਨੂੰ ਚਾਹੇ ਕਿਸੇ ਵੀ ਜਾਤ ਹੰਕਾਰੀ ਨੇ ਜਦੋਂ ਕੋਈ ਵੀ ਘਟੀਆ ਹਰਕਤ ਕੀਤੀ ਹੈ ਤੇ ਉਹਦੀ ਸੇਵਾ ਜਿਹੜੀ ਹੈ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਤੇ ਸਾਡੇ ਮਹਾਪੁਰਸ਼ ਜਿਹੜੇ ਨੇ ਉਹ ਸੇਵਾ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਕੋਲੋਂ ਲੈਂਦੇ ਆ। ਤੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਆ ਕਿ ਮੈਨੂੰ ਮਾਣ ਹੈ ਆਪਣੇ SC BC ਮੂਲ ਨਿਵਾਸੀਆਂ ਦੇ ਉੱਤੇ। ਮੈਨੂੰ ਮਾਣ ਹੈ ਕਿ ਉਹ ਮੇਰਾ ਸਾਥ ਦਿੰਦੇ ਆ ਤੇ ਵੀਡੀਓਜ਼ ਨੂੰ ਦੁਨੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਲਿਆ ਦਿੰਦੇ ਆ, ਚਰਚਾ ਦਾ ਵਿਸ਼ਾ ਬਣਾ ਦਿੰਦੇ ਆ। ਮੈਂ ਆਪ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ। ਸਾਥੀਓ, ਅੱਜ ਵੀ ਮੁੱਦਾ ਕੁਝ ਇਸ ਤਰ੍ਹਾਂ ਦਾ ਆ ਕਿ ਇੱਕ NRI ਡਾਕਟਰ ਪੰਜਾਬੀ ਬੋਲ ਰਿਹਾ ਆ ਤੇ ਉਹ ਵਿਅਕਤੀ ਸਾਡੇ ਛੋਟੇ ਭਰਾ ਦੀਪ ਸਿੱਧੂ, ਜੋ ਆਪ ਜੀ ਨੂੰ ਪਤਾ ਹੈ ਕਿ 15 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤੇ ਅਲੱਗ-ਅਲੱਗ ਵਿਅਕਤੀਆਂ ਵੱਲੋਂ, ਅਲੱਗ-ਅਲੱਗ ਬੰਦਿਆਂ ਵੱਲੋਂ ਆਪਣੀ ਬੁੱਧੀ, ਆਪਣੀ ਸੋਚ ਦੇ ਅਨੁਸਾਰ ਦੀਪ ਸਿੱਧੂ ਜੀ ਦੀ ਮੌਤ ਦੇ ਬਾਰੇ ਅਲੱਗ-ਅਲੱਗ ਵਿਚਾਰ ਲੋਕਾਂ ਨੇ ਦਿੱਤੇ। ਤੇ ਇੱਕ ਡਾਕਟਰ NRI ਆ, ਉਹ ਡਾਕਟਰ ਹੋ ਕੇ ਉਹਦੀ ਸੋਚ ਕਿਸ ਤਰ੍ਹਾਂ ਦੀ ਹੋ ਸਕਦੀ ਆ? ਉਹ ਬਾਹਰਲੇ ਮੁਲਕ ਦਾ NRI ਆ, ਬਾਹਰਲੇ ਮੁਲਕ ਦੇ ਵਿੱਚ ਕਿਤੇ ਰਹਿ ਰਿਹਾ ਆ, ਉਹ ਆਪਣੇ ਆਪ ਨੂੰ ਡਾਕਟਰ ਕਹਿ ਰਿਹਾ ਆ, ਪਰ ਉਹਦੀ ਮਾਨਸਿਕਤਾ ਤੋਂ ਲੱਗਦਾ ਨਹੀਂ ਕਿ ਉਹ ਡਾਕਟਰ ਆ, ਔਰ ਲੱਗਦਾ ਨਹੀਂ ਕਿ ਉਹ ਬੰਦਾ ਕਿ ਡਾਕਟਰ ਹੋ ਕੇ ਉਹ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਰੱਖਦਾ ਹੋਊਗਾ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਵੀ। ਸਭ ਤੋਂ ਪਹਿਲਾਂ ਤੇ ਉਸ ਡਾਕਟਰ ਦੀ ਸਟੇਟਮੈਂਟ ਜਿਹੜੀ ਆ ਉਹ ਮੈਂ ਬਾਰ-ਬਾਰ ਪਲੇ ਕਰਕੇ ਮੈਂ ਤੁਹਾਨੂੰ 2 ਵਾਰੀ ਸੁਣਾਉਂਗਾ ਤੇ ਬੁੱਧੀਜੀਵੀ ਜਿਹੜੇ ਵੀਰ ਨੇ ਸਾਡੇ ਉਹ ਇਸ ਨੂੰ ਧਿਆਨ ਦੇ ਨਾਲ ਦੇਖਣ। ਤੇ ਖਾਸ ਕਰਕੇ ਸਾਡੇ ਜਿਹੜੇ ਪੰਜਾਬ 'ਚ ਰਹਿਣ ਵਾਲੇ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਜਿਹੜੇ ਅਖੌਤੀ ਲੋਕ, ਖਾਸ ਕਰਕੇ ਉਹ ਸਿੱਖ ਨਹੀਂ ਆ, ਸਿੱਖੀ ਤੋਂ ਮਤਲਬ ਲਈ ਇਸਤੇਮਾਲ ਕਰਦੇ ਆ। ਮੈਂ ਸਿੱਧੇ ਸ਼ਬਦਾਂ 'ਚ ਕਹੂੰਗਾ, ਪੰਜਾਬ ਦਾ ਜਾਤ ਹੰਕਾਰੀ ਵਰਗ ਜਿਹੜਾ ਆ ਪੰਜਾਬ ਦਾ, ਜਿਹੜਾ ਸਿਰਾਂ ਤੇ ਪੱਗਾਂ ਵੀ ਬੰਨ੍ਹਦਾ ਆ ਔਰ ਆਪਣੇ ਆਪ ਨੂੰ ਉਹ ਸਿੱਖ ਜਾਂ ਖਾਲਸਾ ਘੱਟ, ਉਹ ਇੱਕ ਜਾਤ ਦਾ ਹੰਕਾਰ ਕਰਦੇ ਹੋਏ ਪੱਗ ਬੰਨ੍ਹ ਕੇ ਵੀ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਆ ਫਿਲਮਾਂ 'ਚ, ਗਾਣਿਆਂ 'ਚ ਔਰ ਪੰਜਾਬ ਦੇ ਵਿੱਚ। ਜਾਣ ਕਿ ਉਹਨਾਂ ਦੀ ਹਕੀਕਤ ਕੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ। ਉਹ ਹਕੀਕਤ ਮੈਂ ਵੀਡੀਓ ਸੁਣਾਉਣ ਤੋਂ ਬਾਅਦ ਫਿਰ ਡਾਕਟਰ ਸਾਹਿਬ ਨੂੰ ਲੂਣ ਦਊਂਗਾ। ਹੁਣ ਇੱਥੇ ਕਈ ਭੈਣ ਭਰਾ ਇਦਾਂ ਦੇ ਹੋਣਗੇ, ਉਹ ਕਹਿਣਗੇ ਵੀ ਡਾਕਟਰ ਸਾਹਿਬ ਆ ਲੂਣ ਦੇਣ ਵਾਲੀ ਗੱਲ ਕੀ ਆ? ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਆ, ਜਦੋਂ ਮੱਝ ਦਾ ਪੇਟ ਖਰਾਬ ਹੋਵੇ ਤੇ ਮੱਝ ਨੂੰ ਫਿਰ ਪਿੰਡ ਦੇ ਲੋਕ ਕੀ ਕਰਦੇ ਆ ਸਿਆਣੇ, ਕਾਲਾ ਲੂਣ ਮੱਝ ਦੀ ਧੌਣ ਬਾਂਹ ਦੇ ਵਿੱਚ ਲੈ ਕੇ ਔਰ ਉਹਨੂੰ ਘੁੱਟ ਕੇ ਫੜ ਕੇ, ਜਿਵੇਂ ਭਲਵਾਨ ਫੜਦੇ ਆ, ਫਿਰ ਮੱਝ ਦਾ ਮੂੰਹ ਖੋਲ ਕੇ ਉਹਦੇ ਸੰਗ ਤੱਕ ਕਾਲਾ ਲੂਣ, ਅਜਵੈਣ, ਮਸਾਲਾ ਤਿਆਰ ਕਰਕੇ ਲਾਇਆ ਜਾਂਦਾ ਤਾਂ ਕਿ ਉਹਦਾ ਪੇਟ ਖਰਾਬ ਹੋ ਜਾਏ। ਇਸੇ ਤਰ੍ਹਾਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਪਾਪੂਲਰ ਆ ਜਾਤ ਹੰਕਾਰਿਆਂ ਦੀ
ਧੌਣ ਦੇ ਵਿੱਚੋਂ ਉਹਨਾਂ ਦੀ ਹੰਕਾਰ ਦਾ ਕਿਲਾ ਕੱਢਣ ਦੇ ਲਈ। ਇਸ ਕਰਕੇ ਮੈਂ ਉਸ ਚੀਜ਼ ਨੂੰ ਲੂਣ ਦੇਣਾ ਕਹਿੰਦਾ ਆ। ਪਹਿਲਾਂ ਇਸ ਡਾਕਟਰ ਸਾਹਿਬ ਦੀ ਵੀਡੀਓ ਸੁਣ ਲਓ, ਔਰ ਇਹਦੀ ਵੀਡੀਓ ਕਾਫੀ ਚੈਨਲਾਂ ਵਾਲੇ ਕਾਫੀ ਚਲਾ ਰਹੇ ਆ, ਸੁਣਿਓ। ਤਿੰਨ ਡਾਕਟਰਾਂ ਨੇ ਉਹਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਉਦੋਂ ਕਰਦੇ ਆ ਕਿ ਪਤਾ ਲੱਗੇ ਕਿ ਬੰਦੇ ਦੀ ਜਾਨ ਗਈ ਕਿਵੇਂ। ਠੀਕ ਆ, ਉਹਨੇ ਕਿਹਾ ਹੈਡ ਇੰਜਰੀ ਹੋਈ ਸੀ ਤਾਂ ਕਰਕੇ ਜਾਨ ਗਈ। ਹੈਡ ਇੰਜਰੀ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੱਕ ਵੱਡੀ ਹੋਲ ਸੀਗੀ। ਠੀਕ ਆ, ਹੋਲ ਵਿੱਚ ਗੋਲੀ ਮਾਰੀ ਹੋਈ ਸੀ। ਜੇ ਗੋਲੀ ਮਾਰੀ ਹੋਈ ਸੀ, ਸਿਮਰਜੀਤ ਸਿੰਘ ਮਾਨ ਨੂੰ ਚਾਹੀਦਾ ਸੀ, ਜਿਸ ਦੇ ਭਰਾ ਨੂੰ ਚਾਹੀਦਾ ਸੀ, ਉਹਨਾਂ ਦਾ ਪ੍ਰਾਈਵੇਟ ਪੋਸਟਮਾਰਟਮ ਕਰਾਉਂਦੇ। ਪ੍ਰਾਈਵੇਟ ਹਨਾ, MRI ਸਕੈਨਿੰਗ ਕਰਾਉਣੀ ਆ, ਪਤਾ ਲੱਗ ਜਾਂਦਾ, ਐਕਸਰੇ ਕਰਾ ਲੈਂਦੇ, ਪਤਾ ਲੱਗ ਜਾਂਦਾ। ਤੇ ਦੂਜੀ ਤੀਜੀ ਗੱਲ ਇਹ ਆ ਕਿ ਜਿਹਨੇ ਤਿੰਨ ਡਾਕਟਰ, ਜਿਹੜੇ 300 ਸਿਵਲ ਡਾਕਟਰ ਆ ਨਾ, ਸਿਵਲ ਸਰਜਨ ਉੱਥੇ ਹਨਾ, ਜਿਹੜੇ ਉਹ ਰਿਜ਼ਰਵੇਸ਼ਨਾਂ ਦੇ ਡਾਕਟਰ ਬਣੇ ਹੋਏ ਆ, ਮੈਨੂੰ ਪਤਾ ਸਾਰੇ ਇਹੀ ਹੁੰਦੇ ਆ। ਉਹਨਾਂ ਨੇ ਸਕਲ ਦਾ ਐਕਸਰੇ ਲਿਆ ਕਿ ਫ੍ਰੈਕਚਰ ਹੋਇਆ ਕਿਤੇ, MRI ਸਕੈਨ ਕੀਤੀ ਕਿ ਬ੍ਰੇਨ ਨੂੰ ਕੰਟਿਊਜ਼ਨ ਹੋਈ ਆ ਕਿ ਨਹੀਂ ਹੋਈ, ਤੇ ਜਿੱਥੇ ਚੈੱਕ ਪੈ ਜਾਂਦੇ ਆ। ਤੇ ਅਸੀਂ ਰੋਜ਼ ਦੇਖਦੇ ਹਾਂ ਜੀ ਇੰਜਰੀਆਂ। ਠੀਕ ਆ, ਮੈਂ ਡਾਕਟਰ ਆ। ਠੀਕ ਆ, ਤੇ ਭਾਈ ਉਹਦਾ ਵੀ ਫੇਸ਼ੀਅਲ ਐਕਸਰੇ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਕਿ ਕਿੱਥੇ ਕਿੱਥੇ ਚੈੱਕ ਪਏ ਆ, ਮੂੰਹ ਤੇ ਮੁੱਕਾ ਮਾਰਿਆ ਜਾਂ ਕੀ ਮਰਿਆ, ਕੋਈ ਐਕਸਰੇ ਹੋਇਆ। ਐਕਸਰੇ ਫੇਸ ਦਾ ਚਾਹੀਦਾ ਸੀ, ਪ੍ਰੋਪਰ ਤਾਂ MRI ਚਾਹੀਦੀ ਸੀ। ਔਰਬਿਟ, ਇੱਥੇ ਔਰਬਿਟ ਜਿਹੜੀਆਂ ਸਾਡੀਆਂ ਨੂੰ ਔਰਬਿਟ ਕਹਿੰਦੇ ਅਸੀਂ। ਠੀਕ ਆ, ਇੱਥੇ ਕਿੱਥੇ ਜਦੋਂ ਬਾਕਸਿੰਗ ਖੇਡਦੇ ਆ ਅਸੀਂ, ਕਿੱਥੇ ਮੁੱਕੇ ਵੱਜਦੇ ਆ, ਕਿੱਥੇ ਟੁੱਟਦੀਆਂ ਆ, ਉਹ ਸਾਰੀਆਂ ਜਾਂ ਐਕਸਰੇ ਚਾਉਣੀਆਂ ਸੀ ਜਾਂ MRI ਸਕੈਨ ਚਾਉਣੀਆਂ ਸੀ, CD ਸਕੈਨ ਚਾਉਣੀਆਂ ਸੀ। ਉਹ ਜਿਹੜੇ ਤਿੰਨ ਨਕਲੀ ਡਾਕਟਰ ਆ ਹਨਾ, ਜਿਹੜੇ ਰਿਜ਼ਰਵੇਸ਼ਨ ਦੇ ਉੱਤੇ ਬੈਠੇ, ਉਹਨਾਂ ਨੇ ਕਰਾਈਆਂ, ਪਤਾ ਨਹੀਂ ਕਰਾਈਆਂ ਕਿ ਨਹੀਂ ਕਰਾਈਆਂ। ਸੋ ਸਾਥੀਓ, ਆਪ ਜੀ ਨੇ ਧਿਆਨ ਦੇ ਨਾਲ ਸੁਣਿਆ ਕਿ ਇਹ ਡਾਕਟਰ ਸਾਹਿਬ ਜਿਹੜੇ ਨੇ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਲੇਕਿਨ ਤੁਸੀਂ ਦੇਖ ਲਈ ਹੋਣੀ ਆ, ਇਹਦੀ ਵੀਡੀਓ ਕਾਫੀ YouTube ਦੇ ਉੱਤੇ ਵੀ ਚੱਲਦੀ ਪਈ ਆ। ਇਹ ਬਾਹਰਲੇ ਮੁਲਕ 'ਚ ਰਹਿੰਦਾ ਆ, ਔਰ ਇਹਨੂੰ ਰਿਜ਼ਰਵੇਸ਼ਨ ਤੋਂ ਦੇਖੋ ਕਿੰਨੀ ਤਕਲੀਫ ਆ ਇਸ ਡਾਕਟਰ ਨੂੰ। ਤੇ ਮੈਂ ਆਪ ਜੀ ਦੇ ਮਾਧਿਅਮ ਤੋਂ, ਮੇਰੇ ਬੱਬਰ ਸ਼ੇਰ ਵੀਰੋ, ਮੇਰੇ ਭਰਾਵੋ, ਆਪ ਜੀ ਦੇ ਮਾਧਿਅਮ ਤੋਂ ਇਸ ਡਾਕਟਰ ਸਾਹਿਬ ਨੂੰ ਹੁਣ ਮੈਂ ਜਵਾਬ ਦੇਣ ਲੱਗਾ ਆ। ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਦੀਪ ਸਿੱਧੂ ਦਾ ਪੋਸਟਮਾਰਟਮ ਕਰਨ ਵਾਲੇ ਜਿਹੜੇ ਸਿਵਲ ਸਰਜਨ ਡਾਕਟਰ ਨੇ, ਉਹ ਰਿਜ਼ਰਵੇਸ਼ਨ ਤੇ ਬਣੇ ਹੋਏ ਡਾਕਟਰ ਨੇ। ਡਾਕਟਰ ਸਾਹਿਬ, ਇਸ ਗੱਲ ਨੂੰ ਸੁਣਨ ਤੋਂ ਬਾਅਦ ਮੈਨੂੰ ਐ ਲੱਗਿਆ ਕਿ ਤੁਸੀਂ ਵਾਕਈ ਦੇ ਵਿੱਚ ਡਾਕਟਰ ਨਹੀਂ ਹੋ ਸਕਦੇ। ਤੁਸੀਂ ਛੋਲੇ ਦੇ ਕੇ ਪਾਸ ਹੋਏ ਜਾਂ ਕੋਈ ਕੰਪਾਊਂਡਰ ਬਣ ਕੇ ਡਾਕਟਰ ਬਣੇ ਹੋਗੇ। ਤੁਸੀਂ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਰੱਖ ਕੇ ਅਗਰ ਕੋਈ ਬਿਆਨ ਦਿੰਦੇ ਹੋ ਤੇ ਉਹਦੇ ਵਿੱਚ ਤੁਹਾਡੀ ਛਵੀ ਜਿਹੜੀ ਆ ਉਹ ਖਰਾਬ ਹੋ ਸਕਦੀ ਆ। ਸੋ ਦੇਖੋ, ਅਸੀਂ ਤੇ ਜਾਤਾਂ ਦੇ ਸਤਾਏ ਹੋਏ ਲੋਕ ਆ, ਅਸੀਂ ਜ਼ਰੂਰ ਗਰੀਬੀ ਚੋਂ ਨਿਕਲ ਕੇ ਡਾਕਟਰੀ ਦੀ ਪੜ੍ਹਾਈ ਕੀਤੀ ਆ। ਤੁਸੀਂ ਕੁਛ ਕਹਿ ਲਓ। ਪਹਿਲੀ ਗੱਲ ਤੇ ਇਹ ਵੀ ਭਾਰਤ ਦੇਸ਼ ਦੇ ਵਿੱਚ ਡਾਕਟਰ ਬਣਨ ਦੇ ਲਈ ਕੋਈ ਵੀ ਵਿਅਕਤੀ ਜਿਹੜਾ ਆ, ਉਹ ਇੱਕ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਆ, ਉਹ ਕਲੀਅਰ ਕਰਦਾ ਆ। ਉਸ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਰਿਜ਼ਰਵੇਸ਼ਨ ਦੇ ਬਿਹਾਫ ਦੇ ਉੱਤੇ ਉਹ ਟੈਸਟ ਕਲੀਅਰ ਕਰਦਾ ਹੋਊਗਾ। ਮੈਰਿਟ ਦੇ ਆਧਾਰ ਦੇ ਉੱਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ, ਇੱਕ ਗਰੀਬ ਮਜ਼ਦੂਰ ਸੀਰੀ ਦਾ ਪੁੱਤ, ਜਿਸ ਨੇ 1988 ਚ 10ਵੀਂ ਦੇ ਵਿੱਚੋਂ 92% ਮਾਰਕਸ ਲਏ ਸੀ, ਤੇ ਉਸ ਤੋਂ ਬਾਅਦ +1 ਦੇ ਵਿੱਚੋਂ ਮੇਰੇ 89% ਮਾਰਕਸ ਸੀ, +2 ਦੇ ਵਿੱਚੋਂ ਮੇਰੇ 90% ਮਾਰਕਸ ਸੀ, ਤੇ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਜਦੋਂ 1990 ਦੇ ਵਿੱਚ ਮੈਂ ਕਲੀਅਰ ਕੀਤਾ ਸੀਗਾ, ਉਸ ਟਾਈਮ ਦੇ ਉੱਤੇ ਮੇਰਾ ਬਹੁਤ ਉੱਚਾ ਰੈਂਕ ਸੀਗਾ, ਯਾਨੀ ਸੈਂਕੜਿਆਂ ਦੇ ਵਿੱਚ ਨਹੀਂ ਆਉਂਦਾ ਸੀਗਾ, ਉਹ 13ਵਾਂ ਜਾਂ 14ਵਾਂ ਰੈਂਕ ਸੀਗਾ ਮੇਰਾ, 13ਵਾਂ ਜਾਂ 14ਵਾਂ ਰੈਂਕ ਸੀਗਾ ਮੇਰਾ ਪੂਰੇ ਭਾਰਤ ਦੇ ਵਿੱਚ ਐਂਟਰੈਂਸ ਟੈਸਟ ਜਦੋਂ ਡਾਕਟਰੀ ਦੀ ਬੰਦਾ ਪੜ੍ਹਾਈ ਕਰਦਾ ਆ, ਰਾਈਟ। ਸੋ ਇਹ ਮੈਰਿਟ ਦੇ ਬਿਹਾਫ ਦੇ ਉੱਤੇ, ਔਰ ਉਸ ਟਾਈਮ ਦੇ ਵਿੱਚ ਮੈਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸਹੁੰ ਖਾ ਕੇ ਕਹਿੰਦਾ ਆ, ਉਸ ਟਾਈਮ ਦੇ ਵਿੱਚ ਮੈਨੂੰ ਰਿਜ਼ਰਵੇਸ਼ਨ ਬਾਰੇ ਜਾਂ ਐਸੀਆਂ ਬਾਰੇ ਇਹ ਬਿਲਕੁਲ ਨਹੀਂ ਪਤਾ ਸੀ। ਮੈਨੂੰ ਇੰਨਾ ਪਤਾ ਸੀ ਮਾਂ-ਬਾਪ ਤੋਂ ਕਿ ਅਸੀਂ ਮਜ਼ਹਬੀ ਸਿੱਖ ਆ, ਮਜ਼ਹਬ ਦੇ ਪੱਕੇ, ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਗੁਰੂਆਂ ਨਾਲ ਗਦਾਰੀ ਨਹੀਂ ਕੀਤੀ ਸੀ,
ਜਿਨ੍ਹਾਂ ਨੇ ਆਪਣੇ ਗੁਰੂਆਂ ਨੂੰ ਵਿਦਾਵਾ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮੋਕ ਮਾਰ ਕੇ ਨਹੀਂ ਭੱਜੇ ਸੀ। ਅਸੀਂ ਉਹ ਮਜਬੀ ਸਿੱਖ ਹਾਂ ਜਿਹੜੇ ਕਿ ਚਮਕੌਰ ਦੀ ਗੜੀ 'ਚ ਜਦੋਂ ਸਾਹਿਬੇ ਕਮਾਲ ਕਲਗੀਧਰ ਪਿਤਾ ਸਾਡਿਆਂ ਨੂੰ ਘੇਰਾ ਪੈ ਗਿਆ ਸੀ ਤੇ ਉਹ 40 ਮਜਬੀ ਸਿੰਘ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬਾਨ ਦਾ ਆਖਰੀ ਸਮੇਂ ਤੱਕ ਸਾਥ ਦਿੱਤਾ ਸੀ। ਮੈਨੂੰ ਤੇ ਇਹੀ ਪਤਾ ਸੀ ਵੀ ਅਸੀਂ ਮਜਬੀ ਸਿੱਖ ਆ, ਰਿਜ਼ਰਵੇਸ਼ਨ ਬਾਰੇ ਨਹੀਂ ਪਤਾ ਸੀ, ਜਿਸ ਕਰਕੇ ਮੈਂ ਜਰਨਲ ਸੀਟ ਕੰਪੀਟੀਸ਼ਨ ਲੜਿਆ। ਇਹਦੇ ਵਿੱਚ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਦੇ ਵਿੱਚ ਕੋਈ ਰਿਜ਼ਰਵੇਸ਼ਨ ਹੁੰਦੀ ਨਹੀਂ ਆ, ਲੇਕਿਨ ਡਾਕਟਰ ਸਾਹਿਬ ਜੀ ਦੀ ਕਿੱਡੀ ਘਟੀਆ ਸੋਚ ਆ। ਸੋ ਡਾਕਟਰ ਸਾਹਿਬ ਮੇਰੀ ਵੀਰੋ, ਇਹ ਤੁਹਾਡੀ ਰਿਸਪੌਂਸਿਬਿਲਟੀ ਆ। ਜਿੱਦਾਂ ਤੁਸੀਂ ਪਹਿਲਾਂ ਵੀਡੀਓ ਨੂੰ ਵਾਇਰਲ ਕਰ ਦਿੰਦੇ ਹੋ, ਦੁਨੀਆ ਤੱਕ ਪਹੁੰਚਾ ਦਿੰਦੇ ਹੋ, ਜੇ ਮੈਂ ਕਹਿੰਦਾ ਆ ਵੀ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿਓ ਤੇ ਤੁਸੀਂ ਉਹ ਵਾਇਰਲ ਕਰਕੇ ਸ਼ੇਅਰ ਦਾ ਬਟਨ ਉਹਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਕੀਤੀ ਤੇ ਤੁਸੀਂ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਾਈ। ਜਦੋਂ ਮੈਂ ਆਪਣੇ ਭਰਾਵਾਂ ਨੂੰ ਕਹਿੰਦਾ ਤੁਹਾਨੂੰ ਮੇਰੇ ਵੀਰੋ ਕਿ ਭਰਾਵੋ ਆਹ ਮੁੱਦਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣਾ ਚਾਹੀਦਾ ਆ ਤੇ ਤੁਸੀਂ ਉਹਨੂੰ ਵਾਇਰਲ ਕਰਕੇ ਉੱਥੋਂ ਤੱਕ ਪਹੁੰਚਾ ਦਿੰਦੇ ਹੋ। ਜਦੋਂ ਮੈਂ ਤੁਹਾਨੂੰ ਕਹਿੰਦਾ ਆ ਵੀ ਇਸ ਵੀਡੀਓ ਨੂੰ ਵਾਇਰਲ ਕਰ ਦਿਓ, ਤੁਸੀਂ ਆਪ ਮੁਹਾਰੇ। ਜੇ ਉਹ ਜਾਤ ਹੰਕਾਰਿਆਂ ਦਾ ਮੁੱਦਾ ਆ, ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਿੱਖ ਘਮਾਉਣ ਵਾਲੇ ਜਿਹੜੇ ਸਿੱਖੀ ਸਿਧਾਂਤਾਂ ਤੋਂ ਦੂਰ, ਅੱਜ ਕੱਲ ਉਹ ਖਾਲਸੇ ਸਿੱਖ ਨਹੀਂ ਰਹਿ ਗਏ। ਅੱਜ ਕੱਲ ਉਹ ਜਿਹੜੇ ਸਿੱਖ ਬਣ ਗਏ ਨੇ ਉਹ ਹੁਣ ਗੋਤ ਦੇ ਆਧਾਰ ਦੇ ਉੱਤੇ, ਜਿਸ ਤਰ੍ਹਾਂ ਕਿ ਦੀਪ ਸਿੱਧੂ ਸਾਡੇ ਛੋਟੇ ਭਰਾ ਨੂੰ ਹੁਣ ਜਿਹੜੇ ਖਾਲਸੇ ਸ਼ਹੀਦ ਹੋਣ ਜਿਹੜੇ ਹੁੰਦੇ ਸੀ, ਪਹਿਲਾਂ ਸ਼ਹੀਦ ਜਿਹੜੇ ਹੁੰਦੇ ਸੀ ਉਹਨਾਂ ਦੇ ਨਾਂ ਦੇ ਨਾਲ ਖਾਲਸੇ ਲੱਗਿਆ ਕਰਦੇ ਸੀ, ਸਿੰਘ ਲੱਗਿਆ ਕਰਦੇ ਸੀ। ਔਰ ਹੁਣ ਗਾਤਰਿਆਂ ਵਾਲਿਆਂ ਨੇ ਨਾਲ ਰਲ ਕੇ ਜਿਸ ਤਰੀਕੇ ਦੀ ਨਵੀਂ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਰ੍ਹਾਂ ਕਿ ਦੀਪ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਵਿਅਕਤੀ ਮੋਨਾ ਘੋਨਾ ਵੀ ਸ਼ਹੀਦ ਹੋਇਆ ਕਰੂਗਾ ਜਾਂ ਮੋਨਾ ਘੋਨਾ ਬੰਦਾ ਇਸ ਦੁਨੀਆ ਤੋਂ ਜਾਇਆ ਕਰੂਗਾ ਤੇ ਇਹ ਲੋਕ ਜਾਤ ਹੰਕਾਰੇ ਕੀ ਕਰਿਆ ਕਰਨਗੇ। ਚਾਹੇ ਉਹ ਕੋਈ ਬੰਦਾ ਮੰਨ ਲਓ ਗਿੱਪੀ ਗਰੇਵਾਲ ਆ, ਚਾਹੇ ਬੱਬੂ ਮਾਨ ਆ, ਚਾਹੇ ਉਹ ਬਿੰਨੂ ਢਿੱਲੋਂ ਆ, ਇਹ ਆਪਣੇ ਸ਼ਹੀਦਾਂ ਨੂੰ ਸਿੱਖ ਸ਼ਹੀਦਾਂ ਦੇ ਨਾਲ ਏਦਾਂ ਕਰਕੇ ਜਾਤ ਤੇ ਗੋਤ ਦੇ ਆਧਾਰ ਦੇ ਉੱਤੇ ਖਾਲਸੇ ਪੇਸ਼ ਕਰਿਆ ਕਰਨਗੇ। ਇਹ ਸਿੱਖਾਂ ਨੇ, ਅਖੌਤੀ ਸਿੱਖਾਂ ਨੇ ਇੱਕ ਨਵੀਂ ਰੀਤ ਚਲਾ ਦਿੱਤੀ ਆ ਕਿ ਹੁਣ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਅਦੁੱਤੀ ਸ਼ਹਾਦਤ, ਔਰ ਦੇਖੋ ਉਹਨਾਂ ਦਾ ਕਿੱਡਾ ਜ਼ਬਰਦਸਤ ਰੁਤਬਾ, ਉਹਨਾਂ ਦੀਆਂ ਫੋਟੋਆਂ ਘਰਾਂ ਦੇ ਵਿੱਚ ਲੱਗੀਆਂ ਹੋਈਆਂ। ਉਹਨਾਂ ਨੇ ਗੁਰਬਾਣੀ ਦੀ ਦਾਤਰੀ ਦੇ ਨਾਲ ਜਾਤ ਗੋਤ ਵਾਲੀ ਪੂਛ ਵੱਢ ਕੇ, ਉਹ ਬਰਾੜਾਂ ਦੇ ਬੱਚੇ ਸਨ, ਬਰਾੜਾਂ ਦੇ ਘਰ 'ਚ ਪੈਦੇ ਹੋਏ ਸਨ, ਲੇਕਿਨ ਗੁਰਬਾਣੀ ਦੀ ਦਾਤਰੀ ਦੇ ਨਾਲ ਉਹਨਾਂ ਨੇ ਆਪਣੇ ਨਾਂ ਨਾਲੋਂ ਗੋਤ ਜਾਤ, ਗੋਤ ਬਰਾੜ, ਜੱਟ ਜਾਤ, ਗੋਤ ਬਰਾੜ, ਜਾਤ ਜੱਟ, ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ, ਜਿਨ੍ਹਾਂ ਨੇ ਗੁਰਬਾਣੀ ਦੀ ਦਾਤਰੀ ਦੇ ਨਾਲ ਉਹਨਾਂ ਆਪਣੇ ਮਗਰ ਲੱਗੀ ਹੋਈ ਬਰਾੜ ਗੋਤ ਵਾਲੀ ਪੂਛ ਵੀ ਵੱਢ ਦਿੱਤੀ ਗੁਰਬਾਣੀ ਦੀ ਦਾਤਰੀ ਨਾਲ, ਤੇ ਜਿਹੜੀ ਜਾਤ ਜੱਟ ਜਾਤ ਵਾਲੀ ਜਿਹੜੀ ਉਹ ਸੀਗੀ ਪੂਛ ਉਹ ਵੀ ਵੱਢ ਦਿੱਤੀ। ਅਸਲ ਖਾਲਸੇ ਬਣ ਕੇ ਦੁਨੀਆ ਦੇ ਸਾਹਮਣੇ ਆਏ। ਲੇਕਿਨ ਜੱਟਾਂ ਨੇ ਮਿਲ ਕੇ, ਜੱਟਾਂ ਨੇ ਰਲ ਕੇ, ਜਿਸ ਤਰ੍ਹਾਂ ਚਮਕੌਰੇ ਗੱਦਾਰ ਜੱਟ ਦੇ ਨਾਂ ਦੇ ਨਾਲ ਸਾਹਬ ਲਵਾਤਾ ਸੀ, ਉਸੇ ਤਰੀਕੇ ਨਾਲ ਪੰਜਾਬ ਦੇ ਆਪਣੇ ਆਪ ਨੂੰ ਸਿੱਖੀ ਦੇ ਵਾਰਿਸ ਕਹਿਣ ਵਾਲੇ ਪੈਰ ਪੈਰ ਤੇ ਗੁਰੂ ਸਾਹਿਬਾਨਾਂ ਨਾਲ, ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਜੱਟ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਤਨਖਵਾਹਾਂ ਮੰਗੀਆਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਵਿਦਾਵਾ ਦੇ ਕੇ 170 ਜਣੇ ਭੱਜੇ, ਜਿਹੜੇ 40 ਵਾਪਸ ਆਏ ਉਹ ਸਤਿਕਾਰਯੋਗ ਨੇ। ਅਸੀਂ ਉਹਨਾਂ ਨੂੰ ਨਹੀਂ ਗੱਲ ਕਰਦੇ ਕੁਛ, ਲੇਕਿਨ ਜਿਹੜੇ ਵਿਦਾਵਾ ਦੇ ਕੇ ਗਏ ਸਨ 170 ਜਣੇ, ਉਹਨਾਂ ਦੀ ਗੱਲ ਕਰਦੇ ਆ। ਇਹ ਉਹ ਜਾਤ ਜਿਹੜੀ ਗੁਰੂ ਸਾਹਿਬਾਨਾਂ ਦੇ ਟਾਈਮ ਦੇ ਉੱਤੇ ਗੁਰੂ ਸਾਹਿਬਾਨ ਜੀ ਦੀ ਵਿਰੋਧੀ ਧਿਰ ਹੋਇਆ ਕਰਦੀ ਸੀ, ਅੱਜ ਆਪਣੇ ਆਪ ਨੂੰ ਸਿੱਖੀ ਦਾ ਵਾਰਿਸ ਕਹਾਉਣ ਲੱਗ ਪਏ ਆ। ਕੋਈ ਸ਼ਹਾਦਤ ਨਹੀਂ, ਕੋਈ ਕੁਰਬਾਨੀ ਨਹੀਂ, ਔਰ ਸਿੱਖੀ ਨੂੰ ਆਪਣੇ ਬਾਪ ਦੀ ਜ਼ਗੀਰ ਸਮਝ ਕੇ ਔਰ ਮਤਲਬ ਦੇ ਲਈ ਜਦੋਂ ਦਿਲ ਕਰਦਾ ਪੱਗਾਂ ਲਾ ਦਿੰਦੇ ਆ, ਜਦੋਂ ਦਿਲ ਕਰਦਾ ਪੱਗਾਂ ਪਾ ਲੈਂਦੇ ਆ ਤੇ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਆ। ਇਹਨਾਂ ਅਖੌਤੀ ਸਰਦਾਰਾਂ ਨੇ, ਜੱਟਾਂ ਨੇ ਇੱਕ ਨਵੀਂ ਰੀਤ ਚਲਾਈ ਆ ਕਿ ਸਿੱਖ ਸ਼ਹੀਦਾਂ ਦੇ ਨਾਮ ਨਾਲ ਪਹਿਲਾਂ ਖਾਲਸੇ ਲੱਗਿਆ ਕਰਦੇ ਸੀ, ਹੁਣ ਦੀਪ ਸਿੱਧੂ, ਬਿੰਨੂ ਢਿੱਲੋਂ,
ਏਦਾਂ ਗਿੱਪੀ ਗਰੇਵਾਲ, ਬੱਬੂ ਮਾਨ, ਸਿੱਧੂ ਮੂਸੇਵਾਲਾ ਏਦਾਂ ਕਰਕੇ ਹੁਣ ਇਹ ਗੋਤਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਂ 'ਚ ਕੋਈ ਵੀ ਬੰਦਾ ਜਦੋਂ ਮਰ ਜਿਆ ਕਰੂਗਾ ਇਹ ਉਹਨੂੰ ਚੁੱਕ ਕੇ ਸ਼ਹੀਦ ਥਾਪ ਦਿਆ ਕਰਨਗੇ। ਆ ਨਵੀਂ ਰੀਤ ਚਲਾ ਦਿੱਤੀ ਆ ਜੱਟ ਜੱਟਾਂ ਦੇ ਭੋਲੂ ਨਾਰਾਇਣ ਦਾ। ਸੋ ਸਾਥੀਓ, ਇਸ ਆ ਜਿਹੜਾ ਡਾਕਟਰ ਆ ਜਾਤ ਦਾ ਹੰਕਾਰ ਆ, ਇਸ ਡਾਕਟਰ ਨੂੰ ਜਵਾਬ ਆ, ਡਾਕਟਰ ਸਾਹਿਬ ਤੁਸੀਂ ਕਿਹਾ ਕਿ ਉਹ 3 ਸਿਵਲ ਡਾਕਟਰ ਜਿਹੜੇ ਰਿਜ਼ਰਵੇਸ਼ਨ ਦੇ ਬਿਹਾਫ ਤੇ ਡਾਕਟਰ ਬਣੇ ਆ, ਇਹ ਤੁਸੀਂ 2 ਵਾਰੀ ਸ਼ਬਦ ਵਰਤਿਆ। ਨਹੀਂ ਡਾਕਟਰ ਸਾਹਿਬ, ਤੁਹਾਨੂੰ ਭੁਲੇਖਾ ਲੱਗਿਆ ਆ, ਡਾਕਟਰ ਤੇ ਰਿਜ਼ਰਵੇਸ਼ਨ ਦੇ ਬਿਹਾਫ ਦੇ ਉੱਤੇ ਬਣ ਹੀ ਨਹੀਂ ਸਕਦਾ। ਹਾਂ, ਇੱਕ ਹੋਰ ਸੱਚਾਈ ਮੈਂ ਤੁਹਾਨੂੰ ਦੱਸਦਾ ਆ, ਉਹ 3 ਡਾਕਟਰ ਜਿਹੜੇ ਪੋਸਟਮਾਰਟਮ ਕਰ ਰਹੇ ਸੀ ਉਹ ਮੈਨੂੰ ਲੱਗਦਾ ਆ ਟੈਨਸ਼ਨ 'ਚ ਸੀਗੇ। ਉਹ ਟੈਨਸ਼ਨ ਦੇ ਵਿੱਚ ਨਾਲੇ ਪੋਸਟਮਾਰਟਮ ਕਰ ਰਹੇ ਸੀ, ਨਾਲੇ ਆਪਸ 'ਚ ਤਿੰਨੇ ਜਾਣੇ ਡਿਸਕਸ਼ਨ ਕਰ ਰਹੇ ਸੀ ਕਿ ਅਸੀਂ ਪਟਿਆਲੇ ਦੇ ਅਯਾਸ਼ ਰਾਜੇ ਨਾਲ ਸਮਝੌਤਾ ਕਰਨ ਦੇ ਬਾਵਜੂਦ ਯਾਰ ਅਸੀਂ ਹਾਲਾਤ ਜਿਹੜੇ ਨੇ ਉਹ ਮਾੜੇ ਨੇ। ਸਾਡੇ ਬਜ਼ੁਰਗਾਂ ਨੇ ਪਟਿਆਲੇ ਦੇ ਅਯਾਸ਼ ਰਾਜੇ ਨਾਲ ਸਮਝੌਤਾ ਕੀਤਾ ਔਰ ਵਧੀਆ ਸੁੱਖ ਦੀ ਰੋਟੀ ਖਾਣ ਲੱਗ ਪਏ ਸੀ ਤੇ ਮੁੜ ਕੇ ਅਯਾਸ਼ੀਆਂ ਕਰ ਕਰਕੇ ਉਹ ਪੈਸੇ ਬਰਬਾਦ ਕਰ ਦਿੱਤੇ। ਹੁਣ ਅਸੀਂ ਕਰਜ਼ਾ ਚੁੱਕ ਕੇ ਡਾਕਟਰ ਬਣੇ ਆ। ਉਹ ਤਿੰਨੋਂ ਡਾਕਟਰ ਆਪਸ 'ਚ ਸਲਾਹ ਕਰ ਰਹੇ ਸੀ ਵੀ ਆਪਾਂ ਜਿਹੜਾ ਕਰਜ਼ਾ ਚੁੱਕ ਕੇ ਡਾਕਟਰ ਬਣੇ ਆ ਉਹ ਕਰਜ਼ਾ ਮਾਫ ਕਿੱਦਾਂ ਕਰਵਾਈਏ। ਨਾਲੇ ਉਹ ਪੋਸਟਮਾਰਟਮ ਕਰੀ ਜਾ ਰਹੇ ਸੀ, ਨਾਲੇ ਉਹ ਤਿੰਨੇ ਜਾਣੇ ਟੈਨਸ਼ਨ 'ਚ ਜਿਹੜਾ ਕਰਜ਼ਾ ਚੁੱਕ ਕੇ ਡਾਕਟਰ ਬਣੇ ਸੀ ਉਹ ਕਰਜ਼ੇ ਦਾ ਫਿਕਰ ਸਤਾ ਰਿਹਾ ਸੀ ਵੀ ਇਹ ਕਰਜ਼ਾ ਕਿਹੜੇ ਬਹਾਨੇ ਨਾਲ, ਰੱਬਾ ਕੋਈ ਐਸਾ ਬਹਾਨਾ ਦੇ ਦੇ ਕਿ ਅਸੀਂ ਸਰਕਾਰ ਤੋਂ ਕਰਜ਼ਾ ਮਾਫ ਕਰਵਾ ਲਈਏ। ਪੋਸਟਮਾਰਟਮ ਇਸ ਕਰਕੇ ਨਹੀਂ ਵਧੀਆ ਹੋ ਸਕਿਆ ਡਾਕਟਰ ਸਾਹਿਬ, ਆ ਜਿਹੜੇ ਡਾਕਟਰ ਸਾਹਿਬ ਦੀ ਤੁਸੀਂ ਵੀਡੀਓ ਸੁਣੀ ਆ, ਇਸ ਕਰਕੇ ਵਧੀਆ ਨਹੀਂ ਹੋ ਸਕਿਆ ਕਿਉਂਕਿ ਉਹ ਤਿੰਨੋਂ ਡਾਕਟਰ ਕਰਜ਼ਾਈ ਸਨ, ਕਰਜ਼ਾ ਚੁੱਕ ਕੇ ਡਾਕਟਰ ਬਣੇ ਸਨ ਔਰ ਉਹਨਾਂ ਦੇ ਦਿਮਾਗ 'ਚ ਟੈਨਸ਼ਨ ਸੀ। ਫਿਰ ਇੱਕ ਡਾਕਟਰ ਨੇ ਕਿਹਾ ਵੀ ਯਾਰ ਗੱਲ ਸੁਣੋ, ਕਰਜ਼ਾ ਮਾਫ ਹੋ ਸਕਦਾ। ਉਹਨਾਂ ਦਾ ਧਿਆਨ ਪੋਸਟਮਾਰਟਮ ਵੱਲ ਘੱਟ ਸੀ ਤੇ ਆਪਸ ਦੇ ਵਿੱਚ ਕਰਜ਼ਾ ਮਾਫ ਕਰਾਉਣ ਦੀਆਂ ਸਕੀਮਾਂ ਘੜਦੇ ਪਏ ਸੀ, ਜਿਹਦੇ ਕਰਕੇ ਉਹ ਸਹੀ ਤਰੀਕੇ ਨਾਲ ਪੋਸਟਮਾਰਟਮ ਨਹੀਂ ਕਰ ਸਕੇ। ਉਹਨਾਂ ਨੇ ਇੱਕ ਦੂਜੇ ਨਾਲ ਸਲਾਹ ਕੀਤੀ ਵੀ ਆਪਾਂ ਪੋਸਟਮਾਰਟਮ ਕਰਨ ਤੋਂ ਬਾਅਦ ਕੱਲ ਨੂੰ ਸਵੇਰ ਹੁੰਦਿਆਂ ਹੀ ਆਪਣਾ ਆਪਣਾ ਬੁੜਾ, ਤੁਸੀਂ ਮੇਰਾ ਬੁੜਾ ਮਾਰ ਦਿਓ, ਮੈਂ ਤੁਹਾਡਾ ਬੁੜਾ ਮਾਰ ਦੂੰਗਾ। ਉਹਨਾਂ ਤਿੰਨਾਂ ਡਾਕਟਰਾਂ ਨੇ ਇਹ ਸਲਾਹ ਬਣਾਈ ਕਿ ਜੇ ਕਰਜ਼ਾ ਮਾਫ ਕਰਵਾਉਣਾ ਆ, ਇੱਕੋ ਇੱਕ ਸਾਡੇ ਕੋਲ ਹੱਲ ਆ ਕਿ ਆਪਾਂ ਇੱਕ ਦੂਜੇ ਦੇ ਬੁੜਿਆਂ ਨੂੰ ਮਾਰ ਦੇਵਾਂਗੇ ਔਰ ਬੁੜੇ ਜਿਹੜੇ ਨੇ ਹੁਣ ਕਿਹੜਾ ਉਹਨਾਂ ਨੇ ਕੋਈ ਦੁਨੀਆ ਤੋਂ ਕੁਝ ਲੈਣਾ, ਉਹ ਵਿਹਲੇ ਬੈਠੇ ਸੱਥਾਂ ਦੇ ਵਿੱਚ ਤਾਸ਼ ਹੀ ਕੁੱਟਦੇ ਆ ਵਿਹਲੜ, ਤੇ ਆਪਾਂ ਕੀ ਕਰਦੇ ਆ, ਇਹਨਾਂ ਨਕਾਰਾ ਹੋ ਚੁੱਕੇ ਬੁੜਿਆਂ ਨੂੰ ਤਿੰਨੇ ਜਣੇ ਡਾਕਟਰਾਂ ਨੇ ਸਲਾਹ ਕੀਤੀ ਇੱਕ ਦੂਜੇ ਦੇ ਬੁੜੇ ਮਾਰ ਦੇਵਾਂਗੇ ਤੇ ਫਿਰ ਹੋਰ ਵਿਹਲੜ ਰਲ ਜਾਣਗੇ ਜਿਹੜੇ ਤਾਸ਼ਾਂ ਕੁੱਟਦੇ ਰਹਿੰਦੇ ਆ ਕਰਜ਼ੇ ਦੇ ਸਿਰ ਦੇ ਉੱਤੇ, ਕਿਉਂਕਿ ਕਰਜ਼ਾ ਚੱਕ ਕੇ ਉਹਨਾਂ ਨੇ ਕਿਹੜਾ ਮੋੜਨਾ ਹੁੰਦਾ, ਉਹਨਾਂ ਨੇ ਕਰਜ਼ਾ ਵਾਪਸ ਨਹੀਂ ਕਰਨਾ ਹੁੰਦਾ, ਕਰਜ਼ਾ ਮਾਫ ਕਰਾਉਣਾ ਹੁੰਦਾ। ਇਸ ਕਰਕੇ ਏਦਾਂ ਦੇ ਸੈਂਕੜੋਂ ਹਜ਼ਾਰਾਂ ਵਿਹਲੜ ਰਲ ਕੇ ਝੰਡੇ ਚੁੱਕ ਕੇ ਉਸ ਟਾਈਮ 2 ਉਹਨਾਂ ਨੇ ਕਿੱਲੀ ਦੇ ਉੱਤੇ ਚੋਲੇ ਟੰਗੇ ਹੁੰਦੇ ਆ, ਇੱਕ ਸਿੱਖੀ ਵਾਲਾ ਇੱਕ ਕਿਸਾਨੀ ਵਾਲਾ, ਉਹ 2 ਚੋਲੇ ਲਾ ਲੈਂਦੇ ਆ ਕਿੱਲੀ ਤੋਂ, ਪੱਗਾਂ ਬੰਨ ਲੈਂਦੇ ਆ, ਤਿਆਰੀ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਅਸੀਂ ਕਰਜ਼ਾ ਮਾਫ ਕਰਾਉਣਾ। ਫਿਰ ਸੜਕਾਂ ਦੇ ਉੱਤੇ ਬਹਿ ਕੇ ਫਿਰ ਉਹ ਧਰਨੇ ਪ੍ਰਦਰਸ਼ਨ ਕਰਦੇ ਆ ਵਿਹਲੜ, ਫਿਰ ਜਾ ਕੇ ਉਹ ਕੀ ਕਹਿ ਦਿੰਦੇ ਆ ਵੀ ਆ ਭਾਈ ਸਾਡਾ ਬੰਦਾ ਮਰ ਗਿਆ ਕਰਜ਼ੇ ਤੋਂ ਤੰਗ ਆਣ ਕੇ, ਇਸ ਕਰਕੇ ਇਹਨੇ ਸਪਰੇਅ ਪੀ ਲਈ, ਫਾਹਾ ਲੈ ਲਿਆ, ਚੂਹੇ ਮਾਰ ਗੋਲੀਆਂ ਖਾ ਲਈਆਂ। ਸੋ ਇਸ ਕਰਕੇ ਉਹ ਡਾਕਟਰ ਜਿਹੜੇ ਸੀਗੇ ਉਹ ਪੋਸਟਮਾਰਟਮ ਨਹੀਂ ਵਧੀਆ ਕਰ ਸਕੇ ਕਿਉਂਕਿ ਉਹ ਤਿੰਨਾਂ ਦੇ ਦਿਮਾਗ ਦੇ ਵਿੱਚ ਕਰਜ਼ਾ ਮਾਫੀ ਵਾਲੀ ਗੱਲ ਚੱਲਦੀ ਪਈ ਸੀ ਵੀ ਕਿਹੜੀ ਸਕੀਮ ਲੜਾਈਏ ਜਿਹਦੇ ਨਾਲ ਕਰਜ਼ਾ ਮਾਫ ਹੋ ਸਕੇ। ਠੀਕ ਹੈ ਡਾਕਟਰ ਸਾਹਿਬ, ਆਹ ਗੱਲ ਜਿਹੜੀ ਆ ਇਹ ਮੈਨੂੰ ਯਕੀਨ ਆ ਬਹੁਤ ਸਾਰੇ ਲੋਕਾਂ ਦੀ ਬਵਾਸੀਰ ਵਾਲੀ ਥਾਂ ਦੇ ਉੱਤੇ ਮੇਰੇ ਕੋਲੋਂ ਲਾਲ ਮਿਰਚ ਹਰ ਵਾਰ ਲੱਗਦੀ ਆ। ਜਦੋਂ ਤੱਕ ਮੈਂ ਜਿਉਂਦਾ ਆ, ਜਦੋਂ ਤੱਕ ਮੈਂ ਆਪਣੇ ਸਮਾਜ ਦੀ ਅਗਵਾਈ ਕਰਦਾ ਆ, ਅਗਵਾਈ ਦਾ ਭਾਵ ਜਦੋਂ ਕੋਈ ਵਿਅਕਤੀ ਦੁਸ਼ਮਣ ਬਣ ਕੇ ਸਾਡੇ ਸਮਾਜ ਨੂੰ ਟਾਰਗੇਟ ਕਰੂਗਾ, ਰਿਜ਼ਰਵੇਸ਼ਨ ਨੂੰ ਟਾਰਗੇਟ ਕਰੂਗਾ, SC ST ਕਾਨੂੰਨ ਨੂੰ ਟਾਰਗੇਟ ਕਰੂਗਾ, ਸਾਡੇ ਰਹਿਬਰਾਂ ਨੂੰ ਟਾਰਗੇਟ ਕਰੂਗਾ, ਸਾਡੀਆਂ ਜਾਤਾਂ ਜਿਨ੍ਹਾਂ ਨੂੰ ਅਸੀਂ ਨਹੀਂ ਮੰਨਦੇ ਉਹਨਾਂ ਜਾਤਾਂ ਨੂੰ ਪਰਖੂਗਾ ਤੇ ਫਿਰ ਅੱਗੇ ਅੱਗੇ ਹਿੱਕ ਢਾ ਕੇ ਡਾਕਟਰ ਗੁਰਿੰਦਰ ਸਿੰਘ ਸੈਨਾਪਤੀ ਬਣ ਕੇ ਏਦਾਂ ਦੇ ਜਿਹੜੇ ਪਿਟਬੁਲ ਨਸਲ ਦੇ ਕੁੱਤੇ ਨੇ
ਉਹਨਾਂ ਪਿਟਬੁਲ ਨਸਲ ਦੇ ਕੁੱਤਿਆਂ ਨੂੰ ਆਪਣੇ ਸਮਾਜ ਦਾ, ਆਪਣੀ ਕੌਮ ਦਾ ਸੈਨਾਪਤੀ ਬਣ ਕੇ ਉਹ ਇਸ ਤਰ੍ਹਾਂ ਦੀ ਅਗਵਾਈ ਕਰਕੇ ਜਵਾਬ ਦਿੰਦਾ ਰਹੂਗਾ। ਮੈਂ ਉਮੀਦ ਕਰਦਾ ਆ ਕਿ ਇਹ ਡਾਕਟਰ ਸਾਹਿਬ ਇੱਕ ਵਾਰੀ ਜਿਹੜੇ ਸਾਥੀ ਨਵੇਂ ਜੁੜੇ ਨੇ ਉਹ ਫਿਰ ਉਸ ਡਾਕਟਰ ਦੀ ਜਿਹੜਾ NRI ਡਾਕਟਰ ਦੀਪ ਸਿੱਧੂ ਦੇ ਪੋਸਟਮਾਰਟਮ ਨੂੰ ਲੈ ਕੇ ਇੱਕ ਸਟੇਟਮੈਂਟ ਦੇ ਰਿਹਾ ਆ ਤੇ ਉਹ ਸਟੇਟਮੈਂਟ ਦਿੰਦੇ ਜਾਣ ਬੁੱਝ ਕੇ ਆਪਣੇ ਜਾਤੀ ਹੰਕਾਰ ਵਾਲਾ ਕਿੱਲਾ ਜਿਹੜਾ ਇਹਨਾਂ ਦੀ ਧੌਣ ਚੋਂ ਨਿਕਲ ਕੇ ਇਹਨਾਂ ਦੇ ਪਿਛਵਾੜੇ 'ਚ ਵੜ ਚੁੱਕਾ ਆ। ਹਾਲਤ ਇਹਨਾਂ ਦੀ ਐ ਆ, ਧੋਬੀ ਦੇ ਕੁੱਤਾ ਘਰ ਦਾ ਨਾ ਘਾਟਦਾ, ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ, ਰੱਸੀ ਸੜ ਗਈ ਵਾਲ ਨਹੀਂ ਗਿਆ, ਰੱਸੀ ਸੜ ਗਈ ਵਾਲ ਨਹੀਂ ਗਿਆ। ਇਦਾਂ ਦੇ ਜਾਤੀ ਹੰਕਾਰ ਕਰਨ ਵਾਲੇ ਇਸ ਤਰ੍ਹਾਂ ਦੇ ਜਾਤੀ ਹੰਕਾਰੀ ਬੰਦੇ ਦੇ ਜਿਹੜੇ ਬਜ਼ੁਰਗ ਨੇ ਉਹ ਨਰਕਾਂ ਦੇ ਵਿੱਚ ਬੈਠੇ ਜਦੋਂ ਜੰਮਦੇ ਦੂਤ ਉਹਨਾਂ ਦੇ ਤੱਤੇ ਸਰੀਏ ਲਾਉਂਦੇ ਹੋਣੇ ਆ ਕਿ ਓਏ ਗੱਲ ਸੁਣੋ ਕੰਜਰੋ, ਤੁਸੀਂ ਪੰਜਾਬ ਦੇ ਵਿੱਚ ਪਿੰਡਾਂ 'ਚ ਸਿੱਖੀ ਬਾਣੇ ਪਾ ਕੇ ਤੁਸੀਂ ਜਾਤਾਂ ਮੰਨਦੇ ਰਹੇ, ਤੁਸੀਂ ਗਰੀਬਾਂ ਨੂੰ ਗੁਰੂ ਘਰਾਂ 'ਚੋਂ ਕੱਢਦੇ ਰਹੇ, ਤੁਸੀਂ ਗਰੀਬਾਂ ਦੇ ਸ਼ਮਸ਼ਾਨ ਘਾਟ ਜਾਤਾਂ ਦੇ ਆਧਾਰ ਤੇ ਵੱਖੋ ਵੱਖਰੇ ਬਣਾਉਂਦੇ ਰਹੇ ਤੇ ਉੱਥੇ ਜਦੋਂ ਕਲਗੀਧਰ ਪਿਤਾ ਤੇ ਬਾਬਾ ਨਾਨਕ ਜੀ ਤੇ ਜੰਮਦੇ ਦੂਤ ਰਲ ਕੇ ਏਦਾਂ ਦੇ ਜਾਤ ਹੰਕਾਰਿਆਂ ਦੇ ਜਦੋਂ ਡਾਂਗ ਫੇਰਦੇ ਹੋਣਗੇ ਤੇ ਫਿਰ ਉਹਨਾਂ ਨੂੰ ਅਕਲ ਆਉਂਦੀ ਹੋਊਗੀ ਤੇ ਅਗਲੀ ਵਾਰੀ ਫਿਰ ਉਹਨਾਂ ਨੂੰ ਕੁੱਤੇ ਦੀ ਜੂਨ 'ਚ ਜਾਂ ਨਾਲੀ ਦੇ ਕੀੜੇ ਇਸ ਤਰ੍ਹਾਂ ਦੀ ਜੂਨ, ਕਿਉਂਕਿ 84 ਲੱਖ ਜੂਨਾਂ ਨੇ ਉਹ ਜੂਨਾਂ ਤੇ ਭੁਗਤਣੀਆਂ ਹੁੰਦੀਆਂ। ਫਿਰ ਇਦਾਂ ਦੇ ਲੋਕ ਜਿਹੜੇ ਜਾਤੀ ਵਿਤਕਰਾ ਕਰਕੇ ਇਨਸਾਨ ਨੂੰ ਵੱਡਾ ਛੋਟਾ ਜਾਂ ਉਹਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਉਣ ਵਾਲੇ ਇਦਾਂ ਦੇ ਪਿਟਬੁਲ ਨਸਲ ਦੇ ਕੁੱਤੇ ਜਿਹੜੇ ਨੇ ਜਦੋਂ ਮਰਦੇ ਆ ਉਹ ਨਰਕ 'ਚ ਜਾਂਦੇ ਆ। ਉੱਥੇ ਨਰਕ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੇ ਯਮ ਦੇ ਦੂਤ ਵੀ ਉਹਨਾਂ ਨੂੰ ਜੁੰਡਿਆਂ ਤੋਂ ਫੜ ਕੋਕਿਆਂ ਵਾਲੀ ਡਾਂਗ ਵੀ ਭਰਾਉਂਦੇ ਆ ਔਰ ਉਹਦੇ ਨਾਲ ਉਹਨਾਂ ਦੀਆਂ ਤੱਤੀਆਂ ਸਲਾਈਆਂ ਤੱਤੇ ਸਰੀਏ ਕਰਕੇ ਗਰਮ ਕਰਕੇ ਉਹਨਾਂ ਦੀਆਂ ਅੱਖਾਂ 'ਚ ਲਾਏ ਜਾਂਦੇ ਆ ਤੇ ਫਿਰ ਉਹਨਾਂ ਨੂੰ ਨਰਕ 'ਚ ਸੁੱਟਿਆ ਜਾਂਦਾ ਆ ਤੇ ਫਿਰ ਉਹਨਾਂ ਨੂੰ ਬਾਅਦ 'ਚ ਜਿਹੜਾ ਇਸ ਧਰਤੀ ਦੇ ਉੱਤੇ ਦੁਬਾਰਾ ਨਾਲੀ ਦੇ ਕੀੜੇ ਜਾਂ ਖੁਰਕ ਖਾਦੇ ਕੁੱਤੇ, ਲੰਡੇ ਕੁੱਤੇ ਬਣਾ ਕੇ, ਨਾਲੀ ਦੇ ਕੀੜੇ ਬਣਾ ਕੇ ਜਾਂ ਗੰਦ ਦੇ ਕੀੜੇ ਬਣਾ ਕੇ ਫਿਰ ਇਸ ਧਰਤੀ ਦੇ ਉੱਤੇ ਸੁੱਟਦਾ ਹੋਊਗਾ ਵੀ ਤੂੰ ਬੜੀਆਂ ਜਾਤਾਂ ਪਾਤਾਂ ਪਰਖਦਾ ਹੁੰਦਾ ਸੀ, ਚਾ ਨਾਲੀ ਦਾ ਕੀੜਾ ਬਣ ਕੇ ਤੇ ਗੰਦ ਦੇ ਵਿੱਚ ਜਾ ਕੇ ਮੂੰਹ ਮਾਰ ਜਾਂ ਸੂਅਰ ਬਣ ਜਾ। ਏਦਾਂ ਦੇ ਲੋਕ ਸੂਅਰ ਬਣਦੇ ਹੋਣਗੇ। ਸਾਥੀਓ, ਇਸ ਡਾਕਟਰ ਸਾਹਿਬ ਨੂੰ ਜਾਤ ਦਾ ਹੰਕਾਰ ਕਰਨ ਵਾਲੇ ਡਾਕਟਰ ਸਾਹਿਬ ਲਈ ਜਵਾਬ ਸੀ। ਜਿਹੜੇ ਸਾਥੀ ਨਵੇਂ ਜੁੜ ਚੁੱਕੇ ਆ ਉਹ ਕਈ ਵਾਰੀ ਸੋਚਦੇ ਹੁੰਦੇ ਆ, ਪੁੱਛਦੇ ਹੁੰਦੇ ਵੀ ਡਾਕਟਰ ਸਾਹਿਬ ਕੀ ਘਟਨਾ ਹੋਈ, ਤੁਸੀਂ ਲਗਾਤਾਰ ਬੋਲੀ ਜਾਂਦੇ ਆ। ਇਹ ਡਾਕਟਰ ਵੀ ਕਹਿੰਦਾ ਵੀ ਮੇਰੀ ਜਿਹੜੀ ਸਪੀਡ ਆ ਬੋਲਣ ਦੀ, ਇਹ ਡਾਕਟਰ ਆਪਣੀ ਗੱਲ ਕਰ ਰਿਹਾ ਸੀ ਵੀ ਮੈਂ ਪੌਜ਼ ਨਹੀਂ ਲੈਂਦਾ, ਯਾਨੀ ਮੈਂ ਸਟਾਪ ਨਹੀਂ ਕਰਦਾ ਜਦੋਂ ਮੈਂ ਬੋਲਦਾ। ਤੇ ਆ ਡਾਕਟਰ ਸਾਹਿਬ, ਆ ਤੁਹਾਡਾ ਭਣਵਈਆ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਲਗਾਤਾਰ ਜਦੋਂ ਦਾ ਬੋਲਦਾ ਪਿਆ ਆ, ਬਿਨਾਂ ਪੜ੍ਹੇ ਹੋਏ ਲਗਾਤਾਰ ਬਿਨਾਂ ਪੌਜ਼ ਲਏ ਹੋਏ ਬਿਨਾਂ ਰੁਕੇ ਹੋਏ ਗੱਲ ਕਰਦਾ ਪਿਆ ਆ। ਤੇ ਇਹ ਨਾ ਸੋਚੋ ਵੀ ਤੁਸੀਂ ਹੀ ਖਾਲੀ ਦੁਨੀਆ ਦੇ ਵਿੱਚ ਇੱਕ ਨੰਬਰ ਦੇ ਉੱਤੇ ਆਉਣੇ ਆ ਜਾਂ ਵਧੀਆ ਤੁਸੀਂ ਪੜ੍ਹ ਲਿਖ ਕੇ ਡਾਕਟਰ ਬਣ ਗਏ ਆ। ਤੁਹਾਡੇ ਵਰਗੇ ਤੁਹਾਡੇ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੇ ਨੇ ਸਾਡੇ ਵਰਗੇ ਗਰੀਬਾਂ ਦੇ ਬੱਚੇ। ਜੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲ ਜਾਵੇ ਉਹ ਤੁਹਾਡੇ ਵਰਗਿਆਂ ਨੂੰ ਕਿਤੇ ਪਿੱਛੇ ਛੱਡ ਕੇ ਬਹੁਤ ਅੱਗੇ ਨਿਕਲ ਚੁੱਕੇ ਆ। ਸੋ ਇੱਕ ਵਾਰੀ ਫਿਰ ਸੁਣ ਲਓ ਵੀ ਡਾਕਟਰ ਨੂੰ ਕਿਉਂ ਬੋਲਣ ਦੀ ਲੋੜ ਪਈ ਡਾਕਟਰ ਗੁਰਿੰਦਰ ਸਿੰਘ ਦਾ। ਪੋਸਟਮਾਰਟਮ ਕੀਤਾ, ਪੋਸਟਮਾਰਟਮ ਉਦੋਂ ਕਰਦੇ ਆ ਕਿ ਪਤਾ ਲੱਗੇ ਕਿ ਬੰਦੇ ਦੀ ਜਾਨ ਗਈ ਕਿਵੇਂ। ਠੀਕ ਹੈ, ਉਹਨੇ ਕਿਹਾ ਹੈਡ ਇੰਜਰੀ ਹੋਈ ਸੀ ਤਾਂ ਕਰਕੇ ਜਾਨ ਗਈ। ਹੈਡ ਇੰਜਰੀ ਜਿਸ ਮਾਨ ਨੇ ਕਿਹਾ ਕਿ ਇੱਕ ਵੱਡੀ ਹੋਲ ਸੀਗੀ। ਠੀਕ ਆ, ਹੋਲ ਵਿੱਚ ਗੋਲੀ ਮਾਰੀ ਹੋਈ ਸੀ। ਜੇ ਗੋਲੀ ਮਾਰੀ ਹੋਈ ਸੀ ਸਿਮਰਜੀਤ ਸਿੰਘ ਮਾਨ ਨੂੰ ਚਾਹੀਦਾ ਸੀ, ਜਿਸ ਦੇ ਭਰਾ ਨੂੰ ਚਾਹੀਦਾ ਸੀ ਉਹਨਾਂ ਦਾ ਪ੍ਰਾਈਵੇਟ ਪੋਸਟਮਾਰਟਮ ਕਰਾਉਂਦੇ, ਪ੍ਰਾਈਵੇਟ ਹਨਾ। MRI ਸਕੈਨਿੰਗ ਕਰਾਉਣੀ ਆ, ਪਤਾ ਲੱਗ ਜਾਂਦਾ, ਐਕਸਰੇ ਕਰਾ ਲੈਂਦੇ ਪਤਾ ਲੱਗ ਜਾਂਦਾ। ਤੇ ਤੀਜੀ ਗੱਲ ਇਹ ਆ ਕਿ ਜਿਹਨੇ ਤਿੰਨ ਡਾਕਟਰ ਜਿਹੜੇ 300 ਸਿਵਲ ਡਾਕਟਰ ਆ ਨਾ, ਸਿਵਲ ਸਰਜਨ ਉੱਥੇ ਹਨਾ, ਜਿਹੜੇ ਉਹ ਰਿਜ਼ਰਵੇਸ਼ਨਾਂ ਦੇ ਡਾਕਟਰ ਬਣੇ ਹੋਏ ਆ, ਮੈਨੂੰ ਪਤਾ ਸਾਰੇ ਇਹੀ ਹੁੰਦੇ ਆ। ਉਹਨਾਂ ਨੇ ਸਕਲ ਦਾ ਐਕਸਰੇ ਲਿਆ ਕਿ ਫ੍ਰੈਕਚਰ ਹੋਇਆ ਕਿਤੇ, MRI ਸਕੈਨ ਕੀਤੀ ਕਿ ਬ੍ਰੇਨ ਨੂੰ ਕੰਟਿਊਸ਼ਨ ਹੋਈ ਆ ਕਿ ਨਹੀਂ ਹੋਈ, ਜਿੱਥੇ ਚੈੱਕ ਪੈ ਜਾਂਦੇ ਆ। ਤੇ ਅਸੀਂ ਰੋਜ਼ ਦੇਖਦੇ ਹਾਂ ਜੀ ਇੰਜਰੀਆਂ। ਠੀਕ ਆ, ਮੈਂ ਡਾਕਟਰ ਹਾਂ। ਠੀਕ ਆ, ਤੇ ਭਾਈ ਉਹਦਾ ਵੀ ਫੇਸ਼ੀਅਲ ਐਕਸਰੇ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਕਿ ਕਿੱਥੇ ਕਿੱਥੇ ਚੈੱਕ ਪਏ ਆ, ਮੂੰਹ ਤੇ ਮੁੱਕਾ ਮਾਰਿਆ ਜਾਂ ਕੀ ਮਰਿਆ, ਕੋਈ ਐਕਸਰੇ ਹੋਇਆ। ਐਕਸਰੇ ਫੇਸ ਦਾ ਚਾਹੀਦਾ ਸੀ, ਪ੍ਰੋਪਰ ਤਾਂ MRI ਚਾਹੀਦੀ ਸੀ। ਔਰਬਿਟ, ਇੱਥੇ ਔਰਬਿਟ ਜਿਹੜੀਆਂ ਸਾਡੀਆਂ ਨੂੰ ਔਰਬਿਟ ਕਹਿੰਦੇ ਅਸੀਂ। ਠੀਕ ਆ, ਇੱਥੇ ਕਿੱਥੇ ਜਦੋਂ ਬਾਕਸਿੰਗ ਖੇਡਦੇ ਆ ਅਸੀਂ ਕਿੱਥੇ ਮੁੱਕੇ ਵੱਜਦੇ ਆ, ਕਿੱਥੇ ਟੁੱਟਦੀਆਂ ਆ, ਉਹ ਸਾਰੀਆਂ ਜਾਂ ਐਕਸਰੇ ਚਾਉਣੀਆਂ ਸੀ ਜਾਂ MRI ਸਕੈਨ ਚਾਉਣੀਆਂ ਸੀ ਜਾਂ CD ਸਕੈਨ ਚਾਉਣੀਆਂ ਸੀ। ਉਹ ਜਿਹੜੇ 3 ਨਕਲੀ ਡਾਕਟਰ ਆ ਹਨਾ, ਜਿਹੜੇ ਰਿਜ਼ਰਵੇਸ਼ਨ ਦੇ ਉੱਤੇ ਬੈਠੇ, ਉਹਨਾਂ ਨੇ ਕਰਾਈਆਂ, ਪਤਾ ਨਹੀਂ ਕਰਾਈਆਂ ਕਿ ਨਹੀਂ ਕਰਾਈਆਂ। ਸੋ ਸਾਥੀਓ, ਤੁਸੀਂ ਸੁਣਿਆ ਵੀ ਇਹ ਡਾਕਟਰ ਸਾਹਿਬ ਇਹਦੇ ਬਜ਼ੁਰਗ ਨੇ ਤੇ ਇਹਨਾਂ ਨੂੰ ਸੌਖਾ ਕਰਤਾ ਸੀਗਾ। ਪਟਿਆਲੇ ਦੇ ਯਾਸ਼ ਰਾਜੇ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਸੌਖਾ ਕਰਤਾ ਸੀ।
ਇਹਨਾਂ ਨੂੰ ਗੱਲਾਂ ਤਾਂ ਆਉਂਦੀਆਂ। ਲੇਕਿਨ ਜਿਹੜੇ ਅਣਖੀ ਲੋਕ ਸੀ ਜਿਨ੍ਹਾਂ ਨੇ ਪਟਿਆਲੇ ਦੇ ਯਾਸ਼ ਰਾਜੇ ਨਾਲ ਸਮਝੌਤਾ ਨਹੀਂ ਕੀਤਾ ਸੀ, ਇਹ ਗੱਲ ਮੈਂ ਆਖਰੀ ਸਮਾਂ ਤੱਕ ਜਦੋਂ ਤੱਕ ਮੈਂ ਜਿਉਂਦਾ ਆ ਮੈਂ ਬਾਰ-ਬਾਰ ਬੋਲਦਾ ਰਹੂੰਗਾ। ਪਰ ਮੈਂ ਇੱਥੇ ਕਿਸੇ ਜ਼ਾਤ ਦਾ ਜ਼ਿਕਰ ਨਹੀਂ ਕਰਦਾ, ਮੈਂ ਤੇ ਹੰਕਾਰਿਆਂ ਦਾ ਜ਼ਿਕਰ ਕਰਦਾ। ਸੋ ਇਹ ਲੋਕ ਹੰਕਾਰੇ ਲੋਕ, ਇਹਨਾਂ ਦੇ ਬਜ਼ੁਰਗ ਨੇ ਸਮਝੌਤਾ ਕਰ ਲਿਆ ਸੀ, ਇਹ ਸੌਖੇ ਹੋ ਗਏ। ਜਿਹੜੇ ਅਣਖੀ ਲੋਕ ਸੀ ਸਾਡੇ ਵਰਗੇ, ਉਹਨਾਂ ਨੇ ਸਮਝੌਤਾ ਨਹੀਂ ਕੀਤਾ, ਕਿਉਂਕਿ ਇਹ ਲੋਕ ਰੋਟੀ ਘੱਟ ਖਾ ਲੈਣਗੇ, ਗਰੀਬੀ ਜਰ ਲੈਣਗੇ, ਪਰ ਅਣਖਿਆ ਕਿਉਂਕਿ ਮੁੱਛ ਦਾ ਸਵਾਲ ਆ। ਲੇਕਿਨ ਇਹਨਾਂ ਬਸ਼ਰਮਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਰੀ ਦੁਨੀਆ ਗਵਾਇਆ ਵੀ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਕੌਣ ਲੋਕ ਨੇ, ਦੁਨੀਆ ਨੂੰ ਜ਼ਹਿਰ ਖਵਾਉਣ ਵਾਲੇ ਕਿਹੜੇ ਲੋਕ ਨੇ, ਕਰਜ਼ਾ ਲੈਣ ਵਾਲੇ ਕਿਹੜੇ ਲੋਕ ਨੇ, ਤੇ ਕਰਜ਼ਾ ਲੈ ਕੇ ਆਪਣਾ ਘਰ ਦਾ ਮਰਵਾ ਕੇ ਫਿਰ ਉਸ ਤੋਂ ਬਾਅਦ ਆਪ ਹੀ ਮਾਰ ਕੇ ਕਰਜ਼ਾ ਮਾਫ ਕਰਵਾਉਣ ਵਾਲੇ ਕਿਹੜੇ ਲੋਕ ਨੇ। ਦੁਨੀਆ ਦੇ ਵਿੱਚ ਕਰਜ਼ਾ ਲੈਣਾ ਮਾੜੀ ਗੱਲ ਨਹੀਂ ਆ, ਲੇਕਿਨ ਕਰਜ਼ਾ ਲੈ ਕੇ ਮਾਫ ਕਰਵਾਉਣਾ ਇਹ ਦੁਨੀਆ ਦੀ ਸਭ ਤੋਂ ਵੱਡੀ ਲਾਨਤ ਆ। ਤੇ ਜਿਹੜੇ ਲੋਕ ਮਸ਼ਹੂਰ ਆ ਪੰਜਾਬ 'ਚ ਕਰਜ਼ਾ ਲੈ ਕੇ ਇਕੱਠੇ ਹੋ ਕੇ ਰਲ ਕੇ ਫਿਰ ਆਪਣਾ ਕੋਈ ਇੱਕ ਅੱਧਾ ਬੰਦਾ ਆਪ ਹੀ ਮਾਰ ਕੇ ਕਰਜ਼ਾ ਮਾਫੀ ਸਰਕਾਰੀਆਂ ਤੋਂ ਜਿਹੜੀ ਕਰਵਾਉਂਦੇ ਆ ਸਰਕਾਰਾਂ ਤੋਂ, ਉਹ ਕਿਹੜੇ ਲੋਕ ਨੇ? ਫਿਰ ਦੇਖੋ ਇਹ ਲੋਕ ਫਿਲਮਾਂ ਗਾਣਿਆਂ 'ਚ ਫੁਕਰੀਆਂ ਮਾਰਦੇ ਆ ਵੀ ਅਸੀਂ ਐ ਆ ਉਹ ਆ। ਸਾਰੀ ਦੁਨੀਆ ਨੂੰ ਪਤਾ ਆ ਕਿ ਇਹ ਕਰਜ਼ਾਈ ਲੋਕ ਨੇ, ਕਰਜ਼ਾ ਲੈ ਕੇ ਮਾਫ ਕਰਾਉਣ ਵਾਲੇ ਲਾਹਨਤੀਏ ਲੋਕ ਨੇ ਜਿਨ੍ਹਾਂ ਨੇ ਕਰਜ਼ਾ ਮੋੜਿਆ ਹੀ ਨਹੀਂ। ਔਰ ਜਿਹੜੇ ਕਈ ਵਾਰੀ ਆਪਣੇ ਆਪ ਨੂੰ ਕਹਿਣਗੇ ਵੀ ਅਸੀਂ ਬਹੁਤ ਉੱਚੇ ਸੁੱਚੇ ਆ ਤੇ ਗਰੀਬਾਂ ਦੀ 2 ਰੁਪਏ ਕਿਲੋ ਵਾਲੀ ਕਣਕ ਨਹੀਂ ਛੱਡਦੇ, ਮੈਂ ਸਮਝਦਾ ਵੀ ਲਾਹਨਤ ਆ ਡਾਕਟਰ ਸਾਹਿਬ, ਤੁਹਾਨੂੰ ਜੰਮਣ ਵਾਲਿਆਂ ਨੂੰ ਲਾਹਨਤ ਆ। ਔਰ ਤੁਹਾਨੂੰ ਮੈਂ ਸਮਝਦਾ ਵੀ ਉਹ ਪੜਾਉਣ ਵਾਲੇ ਕਿਹੜੇ ਸਕੂਲ ਦੇ ਹੋਣਗੇ ਟੀਚਰ, ਉਹ ਟੀਚਰ ਨਹੀਂ ਹੋ ਸਕਦੇ, ਤੁਸੀਂ ਕਿਸੇ ਸਕੂਲ 'ਚ ਨਹੀਂ ਪੜ੍ਹੇ ਹੋਵੋਗੇ। ਮੈਨੂੰ ਨਹੀਂ ਲੱਗਦਾ ਕਿ ਇਹ ਡਾਕਟਰ ਹੋਣਗੇ। ਦੇਖੋ ਅਸੀਂ ਕਿਉਂਕਿ ਜਦੋਂ ਸਾਡੀ ਕੋਈ ਆਣ ਕੇ ਪੱਗ ਨੂੰ ਜਾਂ ਦਾੜੀ ਨੂੰ ਹੱਥ ਪਾਊਗਾ ਤੇ ਫਿਰ ਇਦਾਂ ਦੇ ਡਾਕਟਰਾਂ ਨੂੰ ਲੂਣ ਦੇਣਾ ਸਾਡਾ ਬਣਦਾ ਆ, ਠੀਕ ਹੈ ਜੀ। ਸੋ ਇਹ ਡਾਕਟਰ ਸਾਹਿਬ ਜਿਹੜੇ ਨੇ ਪਹਿਲਾ ਸਮਝੌਤਾ ਤੇ ਪਟਿਆਲੇ ਵਾਲੇ ਨਾਲ ਕਰਤਾ, ਸੌਖੇ ਹੋ ਗਏ। ਫਿਰ ਉਸ ਤੋਂ ਬਾਅਦ ਪੜ੍ਹ ਕੇ ਡਾਕਟਰ ਬਣੇ ਵੀ ਆ ਕਿ ਨਹੀਂ ਬਣਿਆ ਸਾਨੂੰ ਨਹੀਂ ਪਤਾ। ਹੁਣ ਇਹ ਰਹਿੰਦੇ ਆ ਬਾਹਰਲੇ ਮੁਲਕ ਦੇ ਵਿੱਚ, ਤੇ ਬਾਹਰਲੇ ਮੁਲਕ ਦੇ ਵਿੱਚ ਦੇਖੋ ਇਮਾਨਦਾਰੀ ਦੇ ਨਾਲ, ਕਿਉਂਕਿ ਜਿਹੜਾ ਬੰਦੇ ਕੋਲ ਇਮਾਨਦਾਰੀ ਦਾ ਪੈਸਾ ਹੈ ਨਾ ਉਹ ਬਾਹਰ ਨਹੀਂ ਜਾ ਸਕਦਾ, ਕਿਉਂਕਿ ਇਮਾਨਦਾਰੀ ਨਾਲ ਤੇ ਸਕੂਟਰ 'ਚ ਤੇਲ ਨਹੀਂ ਪੈਂਦਾ, ਠੀਕ ਹੈ। ਬਹੁਤ ਸਾਰੇ ਲੋਕ ਬੜੀ ਮਿਹਨਤ ਕਰਕੇ ਬੜੇ ਸਾਲ ਲੱਗ ਜਾਂਦੇ ਆ ਉਹਨਾਂ ਨੂੰ ਪੈਸਾ ਇਕੱਠਾ ਕਰਨ 'ਚ, ਪਰ ਕਈ ਲੋਕਾਂ ਨੇ ਸਮਝੌਤੇ ਆਪਣੀ ਜ਼ਿੰਦਗੀ ਤੇ ਕੀਤੇ ਆ, ਸੌਖੇ ਆ, ਸ਼ੁਰੂ ਤੋਂ ਹੀ ਸੌਖੇ ਆ। ਉਹ ਲੋਕਾਂ ਦੇ ਕੋਲ ਕੁਝ ਬਹੁਤ ਘੱਟ ਲੋਕ ਨੇ ਜਿਹੜੇ ਪੈਸਾ ਲਾ ਕੇ ਬਾਹਰ ਜਾਂਦੇ ਆ। ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਸਿਮਰਜੀਤ ਸਿੰਘ ਮਾਨ ਵਰਗੇ ਨੂੰ ਜਾ ਕੇ ਕਹਿ ਦਿੰਦੇ ਆ ਕਿ ਭਾਈ ਮੈਂ ਬਾਹਰ ਜਾਣਾ ਆ, ਤੇ ਸਿਮਰਜੀਤ ਸਿੰਘ ਮਾਨ ਲਿਖ ਦਿੰਦਾ ਆ ਵੀ ਇਹ ਬੰਦਾ ਅੱਤਵਾਦੀ ਆ ਪੰਜਾਬ ਦੇ ਵਿੱਚ, ਇਸ ਬੰਦੇ ਨੂੰ ਬਾਹਰਲੇ ਮੁਲਕ 'ਚ ਸ਼ਰਨ ਦਿੱਤੀ ਜਾਵੇ। ਕਿਉਂਕਿ ਤੁਸੀਂ ਇਹ ਸੋਚ ਕੇ ਦੇਖੋ ਵੀ ਕਿਸੇ ਗਰੀਬ ਬੰਦੇ ਨੂੰ ਤਾਂ ਨਹੀਂ ਚਿੱਠੀ ਦਿੱਤੀ ਹੋਣੀ ਸਿਮਰਜੀਤ ਸਿੰਘ ਮਾਨ ਨੇ, ਤੇ ਇਸ ਤਰ੍ਹਾਂ ਕਰਕੇ ਇੱਕ ਖਾਸ ਵਰਗ ਦੇ ਲੱਖਾਂ ਲੋਕਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਚਿੱਠੀਆਂ ਦੇ ਕੇ ਭੇਜਣ ਵਾਲਾ ਸਿਮਰਜੀਤ ਸਿੰਘ ਮਾਨ ਜੋ ਸਰਕਾਰ ਨਾਲ ਰਲਿਆ ਹੋਇਆ। ਜੇ ਸਰਕਾਰ ਨਾਲ ਨਹੀਂ ਰਲਿਆ ਤੇ ਅੱਜ ਤੱਕ ਇੰਨੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਤੇ ਸਿਮਰਜੀਤ ਸਿੰਘ ਮਾਨ ਹੀ ਬੁੱਢਾ ਹੋ ਰਿਹਾ ਬਾਦਲ ਦੀ ਤਰ੍ਹਾਂ। ਇਹ ਹੀ ਬਾਹਰ ਕਿਉਂ ਆ? ਇਹਨੂੰ ਕਿਉਂ ਨਹੀਂ ਪੁਲਿਸ ਹੱਥ ਪਾਉਂਦੀ? ਇਹਨੂੰ ਕਿਉਂ ਨਹੀਂ ਜੇਲ੍ਹਾਂ 'ਚ ਡੱਕਦੀ? ਜਿਹੜਾ ਪੈਦਾ ਕਰਦਾ ਆ ਆਤੰਕਵਾਦ, ਦਹਿਸ਼ਤਗਰਦ ਪੈਦਾ ਕਰਦਾ ਆ, ਉਹ ਦਹਿਸ਼ਤਗਰਦ ਤੇ ਸਰਕਾਰਾਂ ਨੇ ਜੇਲ੍ਹਾਂ 'ਚ ਸੁੱਟੇ ਆ, ਇਹਨੂੰ ਇਕੱਲੇ ਨੂੰ ਹੀ ਬਾਹਰ ਛੱਡਿਆ ਹੋਇਆ। ਸੋ ਮੈਂ ਫਿਰ ਬੇਨਤੀ ਕਰ ਦਵਾਂ ਵੀ ਜਾਂ ਤੇ ਇਹ ਡਾਕਟਰ ਸਿਮਰਜੀਤ ਸਿੰਘ ਮਾਨ ਦੇ ਕੋਲੋਂ ਚਿੱਠੀ ਲਿਖਵਾ ਕੇ ਗਿਆ ਹੋਊਗਾ, ਹੈ ਨਾ ਜੀ। ਮੇਰਾ ਅੰਦਾਜ਼ਾ ਆ, ਜਿੱਦਾਂ ਇਹ ਅੰਦਾਜ਼ਾ ਲਾ ਰਿਹਾ ਵੀ ਉਹ ਡਾਕਟਰ ਰਿਜ਼ਰਵੇਸ਼ਨ ਦੇ ਬਿਹਾਫ ਦੇ ਉੱਤੇ ਬਣੇ ਆ ਤੇ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਆ, ਤੇ ਫਿਰ ਮੇਰਾ ਅੰਦਾਜ਼ਾ ਜਿਹੜਾ ਫਿਰ ਉਹ ਬੜਾ ਡੂੰਘਾ ਜਾਂਦਾ ਆ। ਪਹਿਲਾ ਅੰਦਾਜ਼ਾ ਇਹ ਜਾਂ ਤੇ ਚਿੱਠੀ ਲਿਖਵਾ ਕੇ ਸਿਮਰਜੀਤ ਸਿੰਘ ਮਾਨ ਤੋਂ ਤਾਂ ਬਾਹਰਲੇ ਮੁਲਕ 'ਚ ਗਿਆ ਆ, ਜਾਂ ਇਹ ਡੋਂਕੀ ਲਾ ਕੇ ਗਿਆ ਆ, ਤੇ ਜਾਂ ਫਿਰ ਜਿੱਦਾਂ ਮਸ਼ਹੂਰ ਆ ਵੀ ਇਮੀਗ੍ਰੇਸ਼ਨ ਦੇ ਉੱਤੇ ਕਈ ਇਸ ਤਰ੍ਹਾਂ ਦੇ ਪਰਿਵਾਰ ਫੜੇ ਗਏ ਜਿਨ੍ਹਾਂ ਦੇ ਸਾਡੇ ਕੋਲ ਲਗਭਗ 200-250 ਦੇ ਕਰੀਬ ਸਾਡੇ ਕੋਲ ਸਬੂਤ ਆ, ਜਿਹੜੇ ਆਪਣੀਆਂ ਭੈਣਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ ਲੈ ਕੇ ਵਿਆਹ ਦਾ ਸਰਟੀਫਿਕੇਟ ਬਣਾ ਕੇ ਤੇ ਗੁੱਤਾ ਫੜ ਕੇ ਭੈਣਾਂ ਦੀਆਂ ਬਾਹਰ ਗਏ ਆ, ਜਾਂ ਤੇ ਫਿਰ ਇਦਾਂ ਦੇ ਬਾਹਰ ਗਏ ਹੋਣ। ਇਹ ਡਾਕਟਰ ਸਾਹਿਬ ਮੈਨੂੰ ਲੱਗਦਾ, ਕਿਉਂਕਿ ਸ਼ਕਲ ਤੋਂ ਤੇ ਇਹ ਗੰਜਾ ਜਿਹਾ ਆ, ਇਹ ਸਿੱਖਾਂ ਦਾ ਤੇ ਪੰਜਾਬੀਆਂ ਦਾ ਲੱਗਦਾ ਹੀ ਨਹੀਂ ਆ। ਇਹ ਜ਼ਰੂਰ ਕਿਤੇ ਪਤੀਲੂ ਬਿਹਾਰੀ ਇੱਕ ਸਾਡੀ ਨਜ਼ਰ ਦੇ ਵਿੱਚ ਇਦਾਂ ਦਾ ਬਿਲਕੁਲ ਬੰਦਾ ਸੀਗਾ। ਉਹ ਮੈਨੂੰ ਯਕੀਨ ਆ ਵੀ ਉਹ ਕਿਸੇ ਪੰਜਾਬੀਏ ਨੇ ਕਿਤੇ ਪਤੀਲੂ ਬਿਹਾਰੀ ਸਾਡਾ ਭਈਆ ਭਰਾ ਆ, ਪ੍ਰਵਾਸੀ ਭਰਾ ਆ, ਉਹ ਕਿਤੇ ਰੱਖਿਆ ਹੋਣਾ ਆ
ਤੇ ਫਿਰ ਐਂਡ ਦੇ ਉੱਤੇ ਉਹ ਕਿਤੇ ਤੂੜੀ ਵਾਲੇ ਕਮਰੇ ਦੇ ਵਿੱਚ ਢੋਲਕੀ ਵਜਾ ਗਿਆ ਹੋਣਾ, ਤੇ ਉਹ ਢੋਲਕੀ ਵਜਾਉਣ ਤੋਂ ਬਾਅਦ ਇਦਾਂ ਦਾ ਗੰਜੀ ਜੀ ਥਾਪ ਨਿਕਲਦੀ ਆ, ਤੇ ਉਹ ਫਿਰ ਆਪਣੇ ਆਪ ਨੂੰ ਡਾਕਟਰ ਬਣ ਕੇ ਇਦਾਂ ਦਾ ਬਿਆਨ ਦਿੰਦੇ ਆ। ਇਹਦੀ ਸ਼ਕਲ ਜਿਹੜੀ ਆ ਉਹ ਪਤੀਲੂ ਬਿਹਾਰੀ, ਸਾਡਾ ਇੱਕ ਜਾਣ ਪਛਾਣ ਵਾਲਾ ਸੀਰੀ ਸੀਗਾ, ਉਹ ਕਾਫੀ ਦੇਰ ਦਾ ਗਵਾਚਾ ਹੋਇਆ। ਹੋ ਸਕਦਾ ਵੀ ਇਹਨਾਂ ਦੇ ਬਜ਼ੁਰਗਾਂ ਨੇ ਉਹਨੂੰ ਕਿਤੇ ਬੰਧੂਆ ਮਜ਼ਦੂਰ ਬਣਾ ਕੇ ਨਾ ਰੱਖਿਆ ਹੋਵੇ, ਤੇ ਹੋ ਸਕਦਾ ਹੈ ਵੀ ਇਹ ਕਿਤੇ ਉਹਦੀ ਹੀ ਨਜਾਇਜ਼ ਸੰਤਾਨ ਨਾ ਹੋਵੇ। ਇਹਦੀ ਸ਼ਕਲ ਜਿਹੜੀ ਆ ਗੰਜੇ ਜਿਹੇ ਦੀ ਹੈ, ਤੇ ਮੂੰਹ ਇਹਦਾ ਦਾੜੀ ਵੱਡੀ ਹੋਈ ਆ, ਸਫਾ ਚੱਟ ਕੀਤੀ ਹੋਈ ਆ, ਜਿਵੇਂ ਗੁੱਜਰਾਂ ਨੇ ਭੇਡੂ ਮੁੰਨਿਆ ਹੋਵੇ ਤਾਜ਼ਾ। ਇਹ ਉਦਾਂ ਦਾ ਡਾਕਟਰ ਆ। ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਇਸ ਬੰਦੇ ਤੱਕ, ਜਾਤ ਹੰਕਾਰੇ ਤੱਕ ਇਹ ਵੀਡੀਓ ਪਹੁੰਚੇ। ਮੇਰੀ ਭਾਸ਼ਾ ਇਹੀ ਆ, ਇਹਦਾ ਜ਼ਿੰਮੇਵਾਰ ਮੈਂ ਆ। ਮੇਰੇ ਤੇ ਕੋਈ ਕਾਰਵਾਈ ਹੋਵੇ ਉਹਦਾ ਮੈਂ ਕਦੀ ਕਿਸੇ ਨੂੰ ਨਹੀਂ ਕਹੂੰਗਾ ਵੀ ਤੁਸੀਂ ਮੇਰੇ ਮਗਰ ਆਣ ਕੇ ਮੇਰੀ ਮਦਦ ਕਰੋ। ਜੋ ਕੁਛ ਮੈਂ ਬੋਲਦਾ ਆ ਆਪਣੇ ਦਮ ਤੇ ਬੋਲਦਾ ਆ, ਤੇ ਉਹਦਾ ਨਜਿੱਠਦਾ ਭੁਗਤਦਾ ਵੀ ਮੈਂ ਆ। ਤੇ ਕੋਈ ਬਾਹਲਾ ਫੇਸਬੁੱਕੀ ਵਿਦਵਾਨ ਮੈਨੂੰ ਗਿਆਨ ਦੇਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਜਿਹੜੇ ਤੇ ਮੈਨੂੰ ਪਿਆਰ ਕਰਕੇ ਸਪੋਰਟ ਕਰਦੇ ਆ, ਕਿਉਂਕਿ ਮੈਂ ਆਪਣੇ ਦਮ ਦੇ ਉੱਤੇ ਰਿਸਕ ਲੈ ਕੇ ਪਿਛਲੇ 50 ਸਾਲਾਂ 'ਚ ਉਹ ਜਿਹੜੀ ਸਟੇਬਿਲਿਟੀ ਆ ਬਰਕਰਾਰ ਰੱਖੀ ਹੋਈ ਆ। 5 ਸਾਲ ਪਹਿਲਾਂ ਵੀ ਮੈਂ ਐਂ ਹੀ ਬੋਲਦਾ ਸੀ, ਅੱਜ 5-7 ਸਾਲ ਹੋ ਗਏ ਆ, ਬਾਅਦ 'ਚ ਵੀ ਮੈਂ ਐਂ ਹੀ ਬੋਲਦਾ ਆ, ਕਿਉਂਕਿ ਮੈਂ ਕਦੀ ਵੀ ਬ੍ਰੇਕ ਨਹੀਂ ਲਿੱਤੀ, ਲਗਾਤਾਰ ਕੰਸਿਸਟੈਂਸੀ ਬਣਾਏ ਰੱਖੀ ਆ। ਸੋ ਸਾਥੀਓ, ਮੈਂ ਉਮੀਦ ਕਰਦਾ ਆ ਵੀ ਇੰਨਾ ਕੁ ਜਵਾਬ ਇਸ ਗੰਜੇ ਜਿਹੇ ਡਾਕਟਰ ਨੂੰ ਮਿਲ ਗਿਆ ਹੋਊਗਾ ਵੀ ਡਾਕਟਰ ਕਦੀ ਵੀ ਕੋਈ ਰਿਜ਼ਰਵੇਸ਼ਨ ਦੇ ਸਿਰ ਤੇ ਨਹੀਂ ਬਣਦਾ। ਹਾਂ, ਕਰਜ਼ਾ ਚੁੱਕ ਕੇ ਡਾਕਟਰ ਜ਼ਰੂਰ ਬਣਦਾ, ਪਰ ਡਾਕਟਰਾ ਤੂੰ ਜਵਾਬ ਦੇ ਵੀ ਤੂੰ ਕਰਜ਼ਾ ਮਾਫ ਕਰਾਉਣ ਲਈ ਕਿਤੇ ਆਪਣਾ ਬੁੜਾ, ਕੋਈ ਬਜ਼ੁਰਗ ਜਿਹੜਾ ਘਰ 'ਚ ਵਿਹਲੜ ਨਕੰਮਾ ਬੁੜਾ, ਉਹ ਮਾਰ ਕੇ ਕਰਜ਼ਾ ਮਾਫ ਕਰਾ ਕੇ ਤੇ ਨਹੀਂ ਤੂੰ ਕਿਤੇ ਡਾਕਟਰ ਬਣਿਆ। ਆਹ ਗੱਲ ਜ਼ਰੂਰ ਸੰਭਵ ਹੋ ਸਕਦੀ ਆ। ਰਿਜ਼ਰਵੇਸ਼ਨ ਦੇ ਨਾਲ ਡਾਕਟਰ ਕੋਈ ਨਹੀਂ ਬਣਦਾ, ਕਿਉਂਕਿ ਉਹਦੇ ਲਈ ਮੈਰਿਟ ਦੇ ਬਿਹਾਫ ਦੇ ਉੱਤੇ ਪ੍ਰੀ ਮੈਡੀਕਲ ਐਂਟਰੈਂਸ ਟੈਸਟ ਜਿਹੜਾ ਆ ਉਹ ਕਲੀਅਰ ਕਰਨਾ ਪੈਂਦਾ ਆ। ਉਹਦੇ ਰੈਂਕ ਦੇ ਹਿਸਾਬ ਦੇ ਨਾਲ ਫੇਰ ਜਾ ਕੇ MBBS 'ਚ, BAMS 'ਚ, ਜੋ ਵੀ ਡਾਕਟਰਾਂ ਦੀਆਂ ਸਟਰੀਮਸ ਨੇ ਪੜ੍ਹਾਈਆਂ ਨੇ, ਹੋਮਿਓਪੈਥਿਕ, ਆਯੁਰਵੈਦਿਕ, ਐਲੋਪੈਥਿਕ, ਉਹਦੇ 'ਚ ਤਾਂ ਜਾ ਕੇ ਐਡਮਿਸ਼ਨ ਮਿਲਦੀ ਆ। ਸੋ ਸਾਥੀਓ, ਡਾਕਟਰ ਤੁਹਾਨੂੰ ਲੱਗਦਾ ਵੀ ਮੈਂ ਪਾਗਲ ਆ ਵੀ ਜਿਹੜਾ ਐਵੇਂ ਤੀਜੇ ਚੌਥੇ ਦਿਨ ਬੋਲਦਾ? ਉਹ ਮੈਂ ਤੇ ਬੋਲੂੰਗਾ, ਕਿਉਂਕਿ ਸਾਡੀ ਕੁੱਛੜ ਚੜ ਕੇ ਇਹ ਦਾੜੀ ਪੁੱਟਦੇ ਆ ਸ਼ਰੇਆਮ। ਹੁਣ ਸੋਚ ਕੇ ਦੇਖੋ ਵੀ ਇਹ ਬੰਦਾ ਲੱਗਦਾ ਤੁਹਾਨੂੰ NRI ਹੋਊਗਾ, ਬਾਹਰਲੇ ਮੁਲਕ 'ਚ ਗਿਆ ਤੇ ਇਹਦੀ ਸੋਚ ਬਦਲ ਗਈ ਹੋਊਗੀ। ਇਹ ਕੁੱਤੇ ਦੇ ਪਿੱਲੇ, ਪਿਟਬੁਲ ਨਸਲ ਦੇ, ਇਹ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਆਪਣੇ ਜਾਤ ਦੇ ਆਧਾਰਿਤ ਦੇ ਉੱਤੇ, ਆਪਣੀ ਜਾਤ ਦਾ ਰੁਤਬਾ, ਇਹ ਸਿਰਾਂ ਤੇ ਪੱਗਾਂ ਬੰਨੀਆਂ ਹੋਣਗੀਆਂ। ਇਹ ਸਿੱਖੀ ਨੂੰ ਪ੍ਰਮੋਟ ਨਹੀਂ ਕਰਨਗੇ, ਲੇਕਿਨ ਇਹ ਆਪਣੀ ਜਾਤ ਨੂੰ ਪ੍ਰਮੋਟ ਕਰਨ ਦੇ ਲਈ ਬਾਹਰਲੇ ਮੁਲਕਾਂ 'ਚ ਮਹਿੰਗੀਆਂ ਫੁਕਰੇ, ਉੱਥੇ ਵੀ ਜਾ ਕੇ ਸ਼ਾਇਦ ਕਰਜ਼ਾ ਲੈਂਦੇ ਹੋਣਗੇ, ਪਰ ਉੱਥੇ ਮਾਰਦੇ ਕਿਹਨੂੰ ਹੋਣਗੇ? ਕਿਉਂਕਿ ਵਿਹਲੜ ਨਕੰਮੇ ਤੇ ਇੱਥੇ ਰਹਿ ਜਾਂਦੇ ਆ। ਇਹ ਲੋਕ ਤੇ ਡੌਂਕੀਆਂ ਲਾ ਕੇ ਜਾਂਦੇ ਆ, ਜਾਂ ਭੈਣਾਂ ਦੀਆਂ ਗੁੱਤਾਂ ਫੜ ਕੇ ਬਾਹਰ ਜਾਂਦੇ ਆ, ਤੇ ਜਾਂ ਸਿਮਰਜੀਤ ਸਿੰਘ ਮਾਨ ਦੇ ਕੋਲੋਂ ਚਿੱਠੀਆਂ ਲਿਖਵਾ ਕੇ ਜਾਂਦਾ। ਬੁੜਿਆਂ ਨੂੰ ਤਾਂ ਚਿੱਠੀ ਦਿੰਦਾ ਨਹੀਂ ਹੋਊਗਾ, ਕਿਉਂਕਿ ਬੁੜੇ ਨਾ ਤੇ ਸ਼ਕਲੋਂ ਅੱਤਵਾਦੀ ਲੱਗਦੇ ਆ। ਹਾਂ, ਉਹ ਵਿਹਲੜ ਨਕੰਮੇ ਕਰਜ਼ਾਈ ਤੇ ਜ਼ਰੂਰ ਲੱਗਦੇ ਹੋਣਗੇ, ਪਰ ਅੱਤਵਾਦੀ ਤੋਂ ਕਿਤੇ ਨਹੀਂ ਲੱਗਦੇ ਹੋਣਗੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਬਾਹਰਲੇ ਮੁਲਕ ਵਾਲੇ ਅੱਤਵਾਦੀ ਕਹਿ ਕੇ ਇੱਦਾਂ ਦੇ ਨਕੰਮਿਆਂ ਨੂੰ ਬਾਹਰਲੇ ਮੁਲਕ 'ਚ ਸ਼ਰਨਾ ਦਿੰਦੇ ਹੋਣਗੇ। ਸੋ ਸਾਥੀਓ, ਇੰਨਾ ਕੁ ਮਸਾਲਾ ਜਿਹੜਾ ਸੀਗਾ ਜਾਤ ਹੰਕਾਰੀਆਂ ਲਈ ਬਹੁਤ ਸੀਗਾ। ਸਾਨੂੰ ਤਾਂ ਬੋਲਣਾ ਪੈਂਦਾ, ਜਿਹੜੇ ਲੋਕ ਕਹਿੰਦੇ ਆ ਡਾਕਟਰ ਜਾਤੀਵਾਦ ਫੈਲਾਉਂਦਾ, ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਆ, ਪਿਟਬੁਲ ਨਸਲ ਦੇ ਕੁੱਤਿਓ, ਡਾਕਟਰ ਦੀ ਕੋਈ ਜਾਤ ਨਹੀਂ ਆ। ਜਦੋਂ ਤੁਸੀਂ ਗਰੀਬਾਂ, ਮਜਲੂਮਾਂ, ਮਜ਼ਦੂਰਾਂ ਨੂੰ ਜਾਤੀ ਆਧਾਰਿਤ ਦੇ ਉੱਤੇ ਪ੍ਰਤਾੜਿਤ ਕਰੋਗੇ, ਉਦੋਂ ਡਾਕਟਰ ਜਵਾਲਾਮੁਖੀ ਬਣ ਕੇ ਫਟੂਗਾ। ਉਦੋਂ ਡਾਕਟਰ ਸੁਨਾਮੀ ਬਣ ਕੇ ਤੁਹਾਨੂੰ ਸਾਰਿਆਂ ਨੂੰ ਲਪੇਟ ਕੇ ਬਹਿ ਜਾਊਗਾ। ਤੁਸੀਂ ਮੇਰਾ ਪਿਛਲੇ 5 ਸਾਲਾਂ 'ਚ ਨਹੀਂ ਕੁਛ ਵਿਗਾੜ ਸਕੇ, ਵਿਗਾੜ ਤੁਸੀਂ ਗਾਂਵ ਨਹੀਂ ਸਕਣਾ। ਯਾਦ ਰੱਖੋ, ਮੈਨੂੰ ਕੱਲਾ ਨਾ ਸਮਝਿਓ। ਇਹ ਵੀ ਯਾਦ ਰੱਖਿਓ ਵੀ ਕਿਤੇ ਡਾਕਟਰ ਦੇ ਨਾਲ ਟੱਕਰਨ ਦੀ ਕੋਈ ਗਲਤੀ ਨਾ ਕਰ ਲਿਓ। 5 ਬੰਦੇ, 7 ਬੰਦੇ, 10 ਬੰਦੇ, ਨਹੀਂ ਤਾਂ ਨੁਕਸਾਨ ਤੁਸੀਂ ਆਪਣਾ ਹੀ ਕਰਾਓਗੇ ਡਾਕਟਰ ਨਾਲ ਟਕਰਾਉਣ ਦੀ। ਕਿਉਂਕਿ 15 ਜਾਂ 20 ਬੰਦਿਆਂ ਦਾ ਮੁਕਾਬਲਾ ਕਰਨ ਦੀ ਪੂਰੀ ਤਿਆਰੀ 'ਚ ਮੈਂ ਰਹਿਣਾ ਆ, ਕਿਉਂਕਿ ਮੈਨੂੰ ਪਤਾ ਆ ਵੀ ਮੈਂ ਗਰਮ ਬੋਲਦਾ ਆ, ਸੱਚ ਬੋਲਦਾ ਆ। ਕਈ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਊਗਾ। ਪਿਛਲੇ 5 ਸਾਲਾਂ ਦੇ ਵਿੱਚ 9 ਹਮਲੇ ਇਦਾਂ ਦੇ ਜਾਤ ਹੰਕਾਰੀਆਂ ਨੇ ਕੀਤੇ ਆ। ਗੱਡੀਆਂ ਛੱਡ ਕੇ ਚੱਡਿਆਂ 'ਚ ਪੂਛ ਲੈ ਕੇ ਦੜਾਏ ਆ। ਬਾਬਾ ਸਾਹਿਬ ਦੇ ਸ਼ੇਰ ਮਜ਼੍ਹਬੀ ਸਿੱਖ ਨੇ
ਪੂਰਾ ਭੁਚਾਲ ਲਿਆਦਾ ਪਿਆ ਜਾਤ ਹੰਕਾਰੀਆਂ ਦੇ ਲਈ। ਜਿਹੜਾ ਕੁੱਤਾ ਜਾਤ ਹੰਕਾਰੀਆ ਭਣਵਈਏ ਨਾਲ, ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਭਣਵਈਏ ਨਾਲ ਪੰਗਾ ਲੈਣ ਆਇਆ, ਚੱਡਿਆਂ 'ਚ ਪੂਛ ਦੇ ਕੇ ਨਠਾਇਆ। ਇਹ ਨਾ ਸੋਚੋ ਵੀ ਕਮਰੇ 'ਚ ਬਹਿ ਕੇ ਬੋਲਦਾ। ਮੈਂ ਬਾਹਰ ਵੀ ਜਦੋਂ ਕਿਤੇ ਜਾਣਾ ਆ ਤੇ 20 ਬੰਦਿਆਂ ਦਾ ਮੁਕਾਬਲਾ ਕਰਨ ਦੀ ਪੂਰੀ ਤਿਆਰੀ ਕਰਕੇ ਇਕੱਲਾ ਹੀ ਜਾਣਾ ਆ। ਇਹ ਯਾਦ ਰੱਖਿਓ, ਇਹ ਮੇਰੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਨੇ ਮੈਨੂੰ ਲਾਇਸੈਂਸ ਦਿਵਾਇਆ ਕਿ ਮੈਂ ਆਪਣੀ ਤੇ ਆਪਣੀ ਪਰਿਵਾਰ ਦੀ ਰਾਖੀ ਕਰਨ ਵਾਸਤੇ ਮੈਂ ਵਧੀਆ ਇੰਪੋਰਟਡ ਵੈਪਨ ਆਪਣੇ ਕੋਲ ਤਿਆਰ ਰੱਖਦਾ ਆ। ਔਰ ਟ੍ਰੇਨਿੰਗ ਲੈਣ ਤੋਂ ਬਾਅਦ ਲਾਇਸੈਂਸ ਬਣਵਾਇਆ ਆ। ਤੇ ਟ੍ਰੇਨਿੰਗ ਦੇ ਵਿੱਚ ਮੱਥੇ 'ਚ ਗੋਲੀ ਮਾਰਨ ਦੀ ਇੱਕ ਸਮਝ ਲਓ ਵੀ ਇਹ ਇੰਨੀ ਕੁ ਟ੍ਰੇਨਿੰਗ ਆ ਵੀ ਮੈਂ ਆਪਣੇ ਨਿਸ਼ਾਨੇ ਦੇ ਉੱਤੇ ਪੂਰਾ ਪੱਕਾ ਜਿਹੜਾ ਆ ਗੋਲੀ ਮੈਂ ਖਰਾਬ ਨਹੀਂ ਕਰਦਾ, ਕਿਉਂਕਿ ਗੋਲੀਆਂ ਵੀ ਬਹੁਤ ਮਹਿੰਗੀਆਂ ਹੁੰਦੀਆਂ। ਸਮਝ ਗਏ? ਇਹ ਕੋਈ ਧਮਕੀ ਜਾਂ ਕਿਸੇ ਨੂੰ ਉਹ ਨਹੀਂ ਆ। ਇਹ ਸਭ ਉਹਨਾਂ ਲੋਕਾਂ ਨੂੰ ਚੇਤਾਵਨੀ ਆ ਵੀ ਜੇ ਕੋਈ ਕੱਲ ਨੂੰ ਸੋਚੇ ਵੀ ਡਾਕਟਰ ਕੱਲਾ ਆ ਵੀ ਅਸੀਂ ਇਹਨੂੰ 3 4 5 ਜਣੇ ਜਾ ਕੇ ਤੇ ਕਿਤੇ ਘੇਰ ਲਾਂਗੇ, ਯਾਦ ਰੱਖਿਓ, ਕਿਉਂਕਿ ਮੈਂ ਏਦਾਂ ਦਾ ਬੰਦਾ ਆ ਵੀ ਮੈਂ ਤੇ ਹਵਾ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰਦਾ, ਮੈਂ ਏਦਾਂ ਚੁਕੰਨਾ ਰਹਿਣਾ। ਹਾਂ, ਮੈਨੂੰ ਪਤਾ ਆ ਹੋ ਸਕਦਾ ਆ ਵੀ ਮੇਰਾ ਕਦੀ ਵੀ ਕੋਈ ਵਿਅਕਤੀ ਜਿਹੜਾ ਆ ਉਹ ਨੁਕਸਾਨ ਕਰ ਸਕਦਾ ਆ, ਪਰ ਮੇਰਾ ਨੁਕਸਾਨ ਕਰਨ ਵਾਲੇ ਜਿਹੜੇ ਮੇਰਾ ਤਾਂ ਇਕੱਲੇ ਦਾ ਨੁਕਸਾਨ ਕਰਨਗੇ, ਲੇਕਿਨ 10 ਬੰਦੇ ਪੂਰੇ ਤਿਆਰ ਹੋਣਗੇ। 10 ਬੰਦੇ ਜਿਹੜੇ ਨੇ ਉਹਨਾਂ ਨੂੰ ਚੱਕਣ ਦੇ ਲਈ 4 ਮੋਢੇ 4 ਜਿਹੜੇ ਕਾਨੀ ਹੁੰਦੇ ਆ ਉਹ ਜ਼ਰੂਰ ਤਿਆਰੀ ਕਰਕੇ ਆਵੇ, ਤਾਂ ਕਿ ਉਹਨਾਂ ਨੇ ਲੈ ਕੇ ਕਿੱਦਾਂ ਜਾਣੇ ਆ ਤਾਂ ਜਾਣਗੇ ਇੱਧਰ ਮੇਰੇ ਕੋਲ, ਲੇਕਿਨ ਵਾਪਸ ਕਿੱਦਾਂ ਜਾਣੇ ਆ ਇਹ ਉਹਦੀ ਪੂਰੀ ਤਿਆਰੀ ਕਰਕੇ ਆਉਣ। ਜਿਹੜੇ ਬੰਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਨਾਲ ਮੱਥਾ ਲਾਉਣ ਨੂੰ ਆਉਣਗੇ, ਯਾਦ ਰੱਖਿਓ ਅਸੀਂ ਉਹ 40 ਸਾਡੇ ਅੰਦਰ ਉਹਨਾਂ 40 ਦਾ ਖੂਨ ਆ ਜਿਹੜੇ ਚਮਕੌਰ ਦੀ ਗੜੀ 'ਚ ਆਖਰੀ ਸਭਾ ਤੱਕ 10 ਲੱਖ ਨਾਲ ਟਕਰਾ ਗਏ ਸੀ। ਮੈਂ ਫੇਰ ਇੱਥੇ ਬੋਲ ਦਵਾਂ, ਯਾਦ ਰੱਖਿਓ ਸਾਡੇ ਕੋਲ ਮਜ਼ਦੂਰਾਂ ਦੇ ਪੁੱਤਾਂ ਕੋਲ ਗਵਾਉਣ ਨੂੰ ਕੁਛ ਨਹੀਂ ਆ, ਤੇ ਜਦੋਂ ਕਿਸੇ ਕੋਲ ਗਵਾਉਣ ਨੂੰ ਕੁਛ ਨਾ ਹੋਵੇ ਤੇ ਪਾਉਣ ਨੂੰ ਸਾਰੀ ਦੁਨੀਆ ਹੁੰਦੀ ਆ। ਇਹ ਗੱਲ ਯਾਦ ਰੱਖਿਓ, ਸਾਡੇ ਕੋਲ ਗਵਾਉਣ ਨੂੰ, ਮਜ਼ਦੂਰਾਂ ਦੇ ਪੁੱਤਾਂ ਕੋਲ ਗਵਾਉਣ ਨੂੰ ਕੁਛ ਨਹੀਂ ਆ, ਤੇ ਜਦੋਂ ਗਵਾਉਣ ਨੂੰ ਕੁਛ ਨਾ ਰਹਿ ਜਾਵੇ ਤੇ ਪਾਉਣ ਨੂੰ ਸਾਰੀ ਦੁਨੀਆ ਹੁੰਦੀ ਆ। ਇਹ ਯਾਦ ਰੱਖਿਓ, ਇਹ ਥਾਪੀਆਂ ਐਵੇਂ ਨਹੀਂ ਵੱਜਦੀਆਂ। ਇਹ ਕਲਗੀਧਰ ਪਿਤਾ ਨੇ ਸਾਡੀ ਇਮਾਨਦਾਰੀ ਦੇਖਦੇ ਹੋਏ ਵੀ ਅਸੀਂ ਤਨਖਾਹਾਂ ਨਹੀਂ ਮੰਗੀਆਂ ਸੀ ਲਗਾਮਾਂ ਫੜ ਕੇ ਗੁਰੂ ਸਾਹਿਬ ਤੋਂ, ਅਸੀਂ ਗੁਰੂ ਸਾਹਿਬ ਨੂੰ ਵਧਾਵਾ ਦੇ ਕੇ ਦੌੜੇ ਨਹੀਂ ਸੀ, ਅਸੀਂ ਗੁਰੂ ਸਾਹਿਬ ਦੀ ਮੁਖਬਰੀ ਨਹੀਂ ਕੀਤੀ ਸੀ ਜਿਵੇਂ ਚਮਕੌਰੇ ਚੌਧਰੀ ਜੱਟ ਗਦਾਰ ਨੇ ਗਦਾਰੀ ਕੀਤੀ ਸੀ, ਡੱਲੇ ਨੇ ਗਦਾਰੀ ਕੀਤੀ ਸੀ। ਅਸੀਂ ਏਦਾਂ ਗਦਾਰੀ ਨਹੀਂ ਕੀਤੀ ਸੀ। ਸਾਡਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਆ, ਸਾਡਾ ਇਤਿਹਾਸ ਗਦਾਰੀਆਂ ਨਾਲ ਨਹੀਂ ਭਰਿਆ। ਸੋ ਚੁਕੰਨੇ ਹੋ ਜਾਓ ਪੰਜਾਬ ਵਾਸੀਓ, ਅਖੌਤੀ ਸਿੱਖਾਂ ਨੇ ਨਵੀਂ ਰੀਤ ਚਲਾਤੀ ਆ। ਹੁਣ ਤੁਹਾਡੇ ਕਕਾਰ ਪਏ ਹੋਣੇ ਜ਼ਰੂਰੀ ਨਹੀਂ ਆ, ਤੁਹਾਡੇ ਸਿਰ ਤੇ ਵਾਲ ਹੋਣੇ ਜ਼ਰੂਰੀ ਨਹੀਂ ਆ, ਤੁਹਾਡੇ ਨਾਮ ਦੇ ਨਾਲ ਤੁਹਾਡੀ ਜਾਤ ਗੋਤ ਲੱਗਦੀ ਆ। ਅਖੌਤੀ ਜਿਹੜੇ ਲੋਕ ਨੇ ਆਪਣੇ ਆਪ ਨੂੰ ਸਿੱਖ ਘਵਾਉਂਦੇ ਧਰਮ ਦੇ ਠੇਕੇਦਾਰ, ਉਹਨਾਂ ਨੇ ਨਵੀਂ ਰੀਤ ਚਲਾਤੀ ਆ। ਤੁਹਾਡਾ ਨਾਮ ਜਿੱਦਾਂ ਸਾਡੇ ਛੋਟੇ ਵੀਰ ਦੀਪ ਸਿੱਧੂ ਜਿਨ੍ਹਾਂ ਦੀ ਐਕਸੀਡੈਂਟ ਦੇ ਦੌਰਾਨ ਡੈਥ ਹੋ ਗਈ ਸੀ, ਜਿੱਦਾਂ ਇਹਨਾਂ ਨੇ ਉਸ ਮੋਨੇ ਕੋਨੇ ਬੰਦੇ ਨੂੰ ਸੰਤ ਜਰਨੈਲ ਸਿੰਘ ਜੀ ਦੇ ਨਾਲ ਮਿਲਾ ਕੇ ਉਹ ਪਹਿਲੇ ਸ਼ਹੀਦਾਂ ਦਾ, ਉੱਚੇ ਰੁਤਬੇ ਵਾਲੇ ਸ਼ਹੀਦਾਂ ਦਾ, ਜਿਨ੍ਹਾਂ ਨੇ ਆਪਣੇ ਨਾਮ ਤੇ ਨਾਲ ਜਾਤ ਗੋਤ ਗੁਰਬਾਣੀ ਦੀ ਪੂਛ, ਜਿਹੜੀ ਗੁਰਬਾਣੀ ਦੀ ਦਾਤਰੀ ਨਾਲ ਪੂਛ ਵੜ ਦਿੱਤੀ ਸੀ, ਏਦਾਂ ਦੇ ਸੱਚੇ ਸੁੱਚੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾ ਜੀ ਵਾਲਿਆਂ ਜੀ ਦੇ ਨਾਲ ਇਹਦਾ ਮੁਕਾਬਲਾ ਕੀਤਾ ਆ। ਅਸੀਂ ਏਦਾਂ ਦੇ ਅਸੀਂ ਨਹੀਂ ਮੰਨਦੇ। ਉਹ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦਾ ਕਦੀ ਮੁਕਾਬਲਾ ਨਹੀਂ ਕਰ ਸਕਦਾ, ਪਰ ਅਖੌਤੀਆਂ ਨੇ, ਜਾਤ ਹੰਕਾਰਿਆਂ ਨੇ ਨਵੀਂ ਰੀਤ ਚਲਾਤੀ ਆ। ਹੁਣ ਤੁਹਾਡੇ ਨਾਮ ਦੇ ਨਾਲ ਸਿੰਘ ਲਾਉਣ ਦੀ ਲੋੜ ਨਹੀਂ, ਤੁਹਾਡੇ ਨਾਮ ਦੇ, ਤੁਹਾਡੇ ਸਿਰ ਦੇ ਉੱਤੇ ਕੇਸ ਨਾ ਹੋਣ, ਤੁਹਾਡਾ ਕਕਾਰ ਪਾਏ ਹੋਣੇ ਜ਼ਰੂਰੀ ਨਹੀਂ ਆ। ਤੁਸੀਂ ਪੰਜਾਬ ਦੀ ਗੱਲ ਕਰ ਦੋ, ਵਰਤਾਰਿਆਂ ਦੀ ਗੱਲ ਕਰ ਦੋ, ਤੁਸੀਂ ਬਸ ਸਿੱਖਾਂ ਦੀ ਗੱਲ ਕਰਕੇ ਕੱਲ ਨੂੰ ਕਿਸੇ ਵੀ ਤਰ੍ਹਾਂ ਦਾ ਲਾਹਾ ਜੋ ਖਾਲਸੇ ਲੈਂਦੇ ਆ ਉਹ ਲਾਹਾ ਜਿਹੜਾ ਆ ਤੁਸੀਂ ਲੈ ਸਕਦੇ ਹੋ। ਇਹ ਹੁਣ ਮੈਨੂੰ ਨਹੀਂ ਪਤਾ ਵੀ ਇਹਦੇ ਚ RSS ਦੀ ਚਾਲ ਆ ਵੀ ਇਹਨਾਂ ਨੇ ਸ਼ਹੀਦਾਂ ਜਿਹੜੇ ਪਹਿਲਾਂ ਸਿੰਘ ਹੁੰਦੇ ਸੀਗੇ, ਜਿਨ੍ਹਾਂ ਦੇ ਨਾਮ ਨਾਲ ਸਿੰਘ ਲੱਗਦੇ ਸੀ, ਖਾਲਸੇ ਲੱਗਦੇ ਸੀ, ਪਹਿਲਾਂ ਸ਼ਹੀਦ ਉਹਨਾਂ ਨੂੰ ਕਿਹਾ ਜਾਂਦਾ ਸੀ। ਹੁਣ ਮੈਨੂੰ ਲੱਗਦਾ ਆ ਵੀ RSS ਦੁਆਰਾ ਤਿਆਰ ਕੀਤੇ ਹੋਏ ਲੋਕਾਂ ਨੇ ਹੁਣ ਤੁਹਾਡੇ ਨਾਮ ਤੇ ਨਾਲ ਗਿੱਪੀ ਗਰੇਵਾਲ, ਬੱਬੂ ਮਾਨ, ਬਿੰਨੂ ਢਿੱਲੋਂ, ਗੁੱਗੂ ਗਿੱਲ, ਇਸ ਤਰ੍ਹਾਂ ਦੀਆਂ ਗੋਤਾਂ ਨਾਮ ਦੇ ਨਾਲ ਲੱਗੀਆਂ ਹੋਣਗੀਆਂ।
ਤੁਸੀਂ ਖਾਲਸੇ ਬਣ ਜਾਓਗੇ, ਇਹ ਤੁਹਾਨੂੰ ਖਾਲਸੇ ਥਾਪ ਦੇਣਗੇ, ਇਹ ਤੁਹਾਨੂੰ ਸਿੰਘ ਸ਼ਹੀਦਾਂ ਦੇ ਨਾਲ ਤੁਹਾਡਾ ਮੁਕਾਬਲਾ ਕਰ ਦੇਣਗੇ, ਉਹਨਾਂ ਦੇ ਬਰਾਬਰ ਤੁਹਾਡੀਆਂ ਫੋਟੋਆਂ ਲਵਾ ਦੇਣਗੇ। ਆਹ ਮੈਸੇਜ ਇਹਨਾਂ ਨੇ ਪੰਜਾਬ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ। ਇਹ RSS ਦੇ ਦਲਾਲ ਲੋਕ ਨੇ ਜਿਨ੍ਹਾਂ ਨੇ ਸਿੱਖੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਆ। ਹੁਣ ਆ ਡਾਕਟਰ ਸਾਹਿਬ ਜਿਹੜੇ ਕਹਿੰਦੇ ਸੀ ਵੀ ਮੈਂ ਬੋਲਣ ਲੱਗਾ ਪਾਜ਼ ਨਹੀਂ ਲੈਂਦਾ, ਉਹ ਗੰਜਿਆ ਜਿਹਾ ਡਾਕਟਰ ਆ ਤੇਰਾ ਭਣਵਈਆ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇਖ ਕਿੰਨੀ ਦੇਰ ਹੋ ਗਈ ਆ ਬੋਲਦੇ ਨੂੰ, ਪਾਜ਼ ਲਿਆ ਕਿਤੇ, ਕੋਈ ਅੱਖਰ ਪੜਿਆ ਕਿਤੇ, ਜੋ ਕੁਛ ਬੋਲਿਆ ਅੰਦਰੋਂ ਬੋਲਿਆ, ਕਿਉਂਕਿ ਇਹ ਦਰਦ ਆ ਸਾਡੇ ਅੰਦਰ ਦਾ। ਜਦੋਂ ਕੋਈ ਜਾਤ ਦਾ ਹੰਕਾਰਿਆ ਪਿਟਬੁਲ ਨਸਲ ਦਾ ਹਲਕਿਆ ਕੁੱਤਾ ਸਾਨੂੰ ਜਦੋਂ ਲਲਕਾਰੂਗਾ, ਚੁੰਡੀ ਵੱਢੂਗਾ, ਸਾਡੀ ਤੁਹਾਡੇ ਨਾਲ ਜਾਤ ਹੰਕਾਰੀਆਂ ਨਾਲ ਕੋਈ ਭਾਈਚਾਰਕ ਸਾਂਝ ਨਹੀਂ। ਤੁਸੀਂ ਵੱਟ ਬੰਨਿਆ ਪਿੱਛੇ ਆਪਣੇ ਸਕਿਆਂ ਦੇ ਨਹੀਂ, ਉਹਨਾਂ ਦੇ ਕਤਲ ਕਰਨ ਵਾਲੇ ਤੁਸੀਂ ਮਜ਼ਦੂਰਾਂ ਦੇ ਕਿੱਥੋਂ ਬਣ ਜਾਗੇ? ਸਾਡੀ ਤੁਹਾਡੇ ਨਾਲ ਕੋਈ ਭਾਈਚਾਰਕ ਸਾਂਝ ਨਹੀਂ। ਜਦੋਂ ਗੁਰੂ ਸਾਹਿਬਾਨ ਆ ਕੇ ਪਰਿਵਾਰ ਵਾਰ ਕੇ ਉਹ ਨਹੀਂ ਤੁਹਾਨੂੰ ਸੁਧਾਰ ਸਕੇ ਜਾਤ ਹੰਕਾਰਿਆਂ ਨੂੰ है प्यार दे नाल ते तुसी समझना नहीं, क्योंकि लातों के भूत बातों से नहीं मानते। तुसी लोकां ने 8-8 10-10 गुरुद्वारे जातां दे आधार ते 3-3 4-4 शमशान घाट जातां दे आधार ते असी ना थानू सिख मानदे आ ना थानू खालसे मानदे आ। तुसी अखौती लोग को अखौती रहना है। आखिरी सभा तक ऐ ही बोलता रहूंगा। ਇਹ ਬੋਲਣਾ ਸੌਖਾ ਨਹੀਂ ਆ, ਹਮਲੇ ਵੀ ਹੁੰਦੇ ਆ, ਪਰਚੇ ਵੀ ਹੁੰਦੇ ਆ, ਦਰਖਾਸਤਾਂ ਵੀ ਆਉਂਦੀਆਂ, ਪੁਲਿਸ ਨੂੰ ਬਿਆਨ ਵੀ ਦਰਜ ਕਰਾਉਣੇ ਪੈਂਦੇ ਆ। ਇਹ ਬੋਲਣਾ ਸੌਖਾ ਨਹੀਂ। ਜਿਹੜੇ ਕੁੱਤੇ ਬਿੱਲੇ ਪਿਟਬੁਲ ਨਸਲ ਦੇ ਹਲਕੇ ਕੁੱਤੇ ਦੁੱਕੀ ਦੇ ਬੰਦੇ ਜਿਹੜੇ ਕਹਿੰਦੇ ਆ ਵੀ ਕਮਰੇ 'ਚ ਬੈਠਾ ਬੋਲਦਾ ਆ, ਤੁਸੀਂ ਇਹ ਦੇਖੋ ਵੀ ਤੁਹਾਡਾ ਪ੍ਰਾਹੁਣਾ ਪੂਰੇ ਪੰਜਾਬ ਦੇ ਵਿੱਚ ਇਕੱਲਾ ਹੀ ਘੁੰਮਦਾ ਆ, ਆਪਣੀ ਹਿਫਾਜ਼ਤ ਕਰਨੀ ਜਾਣਦਾ। ਪਿਛਲੇ 5 ਸਾਲਾਂ 'ਚ ਜੇ ਮੈਂ 9 ਹਮਲਿਆਂ 'ਚ ਬਚ ਗਿਆ ਤੇ ਮਿੱਤਰੋ ਇਹਦਾ ਮਤਲਬ ਕੀ ਆ ਵੀ ਰੱਬ ਅਜੇ ਨਹੀਂ ਮੈਨੂੰ ਬੁਲਾਉਂਦਾ, ਕਿਉਂਕਿ ਮੇਰੇ ਤੇ ਮੈਂ ਨਹੀਂ ਇਦਾਂ ਦੇ ਡਰਾਮੇ ਕਰਦਾ ਵੀ ਮੇਰੇ ਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ, ਮੇਰੇ ਤੇ ਅਕਾਲ ਪੁਰਖ ਦਾ ਪਹਿਰਾ। ਜਿਸਕਾ ਸਾਹਿਬ ਡਾਢਾ ਹੋਏ, जिसका साहेब डाढ़ा होए उसको मार ना सके कोई। मेरा साहिब ओ अकाल पुरख आ, पातशाह आ। धार्मिक गुंडिया तो ते धर्म दे ठेकेदारां तो मैं नहीं जे डरदा। याद रखियो ये कल्ला बंदा आ, भावें मेरे मरे ते कोई बंदा ना आवे, लेकिन जुगो जुग जो सोशल मीडिया दे उत्ते मेरियां चीज़ां पै गईयां ਉਹ ਕਿਤੇ ਨਾ ਕਿਤੇ ਨਵੀਂ ਪੀੜ੍ਹੀ ਦੇ ਅੰਦਰ ਨਵੇਂ ਖੂਨ ਦਾ ਸੰਚਾਰ ਕਰੂਗੀ, ਨਵੇਂ ਯੋਧੇ ਪੈਦਾ ਕਰੂਗੀ। ਆਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਸੀ ਜਿਹੜਾ ਮਜ਼ਦੂਰਾਂ ਦੀ ਦਿਹਾੜੀ ਦੀ ਗੱਲ ਕਰਦਾ ਸੀ ਵੀ ਇਹ ਅਖੌਤੀ ਲੋਕ ਜਿਹੜੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾ ਕੇ ਮਜ਼ਦੂਰਾਂ ਨੂੰ ਵਰਤਣ ਵਾਲੇ ਲੋਕ ਆ। ਇੱਕ ਵੀ ਬੰਦੇ ਨੇ ਜੇ ਕਿਤੇ ਕਿਹਾ ਹੋਵੇ ਵੀ ਮਜ਼ਦੂਰਾਂ ਦੀ ਦਿਹਾੜੀ 800 ਕਰ ਦਵੋ ਤੇ ਮੈਂ ਕਹਿੰਦਾ ਤੁਹਾਡੀ ਜੁੱਤੀ ਤੇ ਮੇਰਾ ਸਿਰ ਹੋਊਗਾ ਜੇ ਇਹਨਾਂ ਚੋਂ ਕੋਈ ਬੰਦਾ ਦਿਹਾੜੀ ਪੂਰੀ ਦੇ ਜਵੇ। ਉਹ ਇਹ ਤੇ ਉਹ ਲੋਕ ਨੇ ਲੋਕਡਾਊਨ ਦੇ ਦੌਰਾਨ ਇਹਨਾਂ ਲੋਕਾਂ ਨੇ ਮਤੇ ਪਾਏ ਸੀ ਗੁਰੂ ਘਰਾਂ 'ਚ ਖੜ ਕੇ ਗਾਤਰੇ ਪਾਏ ਹੋਏ, ਸਿੱਖੀ ਸਿਧਾਂਤਾਂ ਤੋਂ ਦੂਰ ਗੁਰਬਾਣੀ ਦੇ ਇਹ ਲੋਕ ਚੋਰ ਇਹ ਗੁਰੂ ਘਰਾਂ 'ਚ ਖੜ ਕੇ ਮਤੇ ਪਾਉਂਦੇ ਸੀ ਵੀ ਜੇ ਮਜ਼ਦੂਰ ਘਰੋਂ ਰੋਟੀ ਲੈ ਕੇ ਆਊਗਾ ਤੇ 300 ਰੁਪਇਆ ਦਿਹਾੜੀ, ਜੇ ਜੱਟ ਕੋ ਰੋਟੀ ਖਾਊਗਾ ਤੇ 250 ਰੁਪਇਆ ਦਿਹਾੜੀ। ਸੋਚ ਕੇ ਦੇਖੋ ਵੀ ਜਿਹੜਾ ਬੰਦਾ 50 ਰੁਪਏ ਮਜ਼ਦੂਰ ਦੀ ਰੋਟੀ ਕੱਟਦਾ ਹੋਵੇ ਉਸ ਲਾਂਤੀਏ ਦਾ ਤਾਂ ਫਿਰ ਇਹ ਪੱਕਾ ਯਕੀਨ ਹੋ ਜਾਂਦਾ ਵੀ ਇਹ ਵਾਕਿਆ ਦੇ ਵਿੱਚ ਕਰਜ਼ਾ ਲੈ ਕੇ ਮਾਫ ਕਰਾਉਣ ਵਾਲਾ ਬੰਦਾ ਆ। ਇਹ ਬੰਦਾ ਕਿਸੇ ਨੂੰ ਰੋਟੀ ਕਿੱਥੋਂ ਖਵਾ ਦੂ? ਇਹਦੇ ਆਪ ਭੁੱਖਾ ਨੰਗਾ ਆ। ਇਹ ਤੇ ਗਰੀਬਾਂ ਦੇ ਮਨਰੇਗਾ ਦੇ ਪੈਸੇ ਖਾ ਜਾਂਦੇ ਆ। ਇਹ ਤੇ ਗਰੀਬਾਂ ਦੀ 2 ਰੁਪਏ ਕਿਲੋ ਵਾਲੀ ਕਣਕ ਖਾ ਜਾਂਦੇ ਆ। ਜਿਹੜਾ ਇਹਨਾਂ ਨੇ ਕਰਜ਼ਾ ਚੁੱਕ ਕੇ ਵੱਡੀਆਂ ਗੱਡੀਆਂ ਲਈਆਂ ਹੁੰਦੀਆਂ ਦੁਨੀਆ ਨੂੰ ਦਿਖਾਉਣ ਵਾਸਤੇ, ਫੁਕਰੀਆਂ ਮਾਰਨ ਦੇ ਲਈ, ਉਹਨਾਂ ਵੱਡੀਆਂ ਗੱਡੀਆਂ 'ਚ 2-2 ਰੁਪਏ ਕਿਲੋ ਵਾਲੀ ਕਣਕ ਗਰੀਬਾਂ ਦੀ ਲੱਦ ਕੇ ਘਰਾਂ ਨੂੰ ਇਹ ਲਿਜਾਂਦੇ ਆ। ਇਹ ਸੱਚ ਬੋਲਦਾ ਰਹੂੰਗਾ ਆਖਰੀ ਦਮ ਤੱਕ। ਮੈਨੂੰ ਪਤਾ ਵੀ ਮੇਰੀ ਉਮਰ ਬਾਹਲੀ ਲੰਮੀ ਨਹੀਂ ਆ, ਪਰ ਇਹ ਗੱਲ ਯਾਦ ਰੱਖਿਓ ਵੀ ਮੈਂ ਉਹ ਕਿੱਲਾ ਬਰੂਦ ਸਿਕਾਉਣਾ ਪਿਆ ਆ ਜਿਨ੍ਹਾਂ ਨੇ ਇਤਿਹਾਸ ਬਣਾਏ ਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ਆਖਰੀ ਖੂਨ ਦੀ ਬੂੰਦ ਰੋੜਨ ਤੱਕ। ਉਹ ਗਿੱਲਾ ਬਰੂਦ ਜਿਹਨੂੰ ਐਜੂਕੇਸ਼ਨ ਤੋਂ ਦੂਰ ਕਰਕੇ ਤੁਸੀਂ ਗਿੱਲਾ ਬਰੂਦ ਕਰਤਾ ਸੀ ਨਾ, ਮੇਰੀਆਂ ਸਪੀਚਾਂ ਦੇ ਨਾਲ ਉਹ ਗਿੱਲਾ ਬਰੂਦ ਇੱਕ ਨਾ ਇੱਕ ਦਿਨ ਸੁੱਕੂਗਾ। ਉਹ ਹੋ ਸਕਦਾ ਆ ਕਿ ਮੇਰੇ ਜਿਉਂਦਿਆਂ ਜੀ ਮੈਨੂੰ ਇਹ ਸੁਭਾਗ ਨਾ ਮਿਲੇ
ਕਿ ਉਹ ਬਰੂਦ ਸੁੱਕ ਕੇ ਤੇ ਭਾਂਬੜ ਮਚਾਵੇ, ਲੇਕਿਨ ਮੇਰੇ ਮਰਨ ਤੋਂ ਬਾਅਦ ਵੀ ਮੇਰੀਆਂ ਸਪੀਚਾਂ ਸੁਣ ਕੇ ਜਿਹੜੇ ਵਰਗ ਨੂੰ ਮੈਂ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡੀਆਂ ਪੰਚਾਇਤੀ ਜ਼ਮੀਨਾਂ ਦੱਬਣ ਵਾਲੇ ਤੁਹਾਡੇ ਨਾਲ ਭਾਈਚਾਰਕ ਸਾਂਝ ਕਦੇ ਨਹੀਂ ਰੱਖ ਸਕਦੇ। ਜਿਹੜੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੱਬ ਕੇ ਜਿਹੜੇ ਲੋਕ ਬੈਠੇ ਹੋਣ, ਤੁਹਾਡੇ ਧੀਆਂ ਪੁੱਤਾਂ ਨੂੰ ਪੱਠਿਆਂ ਦੀ ਪੰਡ ਬਦਲੇ ਜਲੀਲ ਕਰਦੇ ਹੋਣ, ਏਦਾਂ ਦੇ ਹੰਕਾਰੇ ਲੋਕ, ਏਦਾਂ ਦੇ ਲੋਕਾਂ ਦੇ ਨਾਲ ਭਾਈਚਾਰਕ ਸਾਂਝ ਕਿੱਦਾਂ ਕਾਇਮ ਹੋ ਸਕਦੀ ਆ? ਸਾਥੀਓ, ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ, ਮੇਰੀ ਵਿਚਾਰਧਾਰਾ ਨੂੰ ਪਸੰਦ ਕਰਨ ਵਾਲੇ ਲੋਕ ਆ, ਅਗਰ ਮੇਰੀ ਕਿਸੇ ਸਪੀਚ ਨਾਲ ਉਹਨਾਂ ਲੋਕਾਂ ਨੂੰ ਅਗਰ ਕੋਈ ਠੇਸ ਪਹੁੰਚੀ ਹੋਵੇ ਤੇ ਦਾਸ ਖਿਮਾ ਦਾ ਜਾਚਕ ਆ। ਬਾਕੀ ਜੋ ਕੁਝ ਮੈਂ ਬੋਲਿਆ ਇਹਦੇ ਨਤੀਜੇ ਕੀ ਹੋਣਗੇ, ਕੀ ਭੁਗਤਣੇ ਪੈ ਸਕਦੇ ਆ, ਮੈਨੂੰ ਭਲੀ ਭਾਂਤੀ ਪਤਾ। ਬਾਈ, ਬੋਲਣਾ ਸੌਖਾ ਕੰਮ ਨਹੀਂ ਜੇ, ਕਿਉਂਕਿ ਤੁਸੀਂ ਇਕੱਲੇ, ਤੁਹਾਡਾ ਸਾਥ ਦੇਣ ਵਾਲਾ ਤੁਹਾਡਾ ਸਮਾਜ ਅਗਰ ਉਹ ਜਾਗਰੂਕ ਹੋ ਕੇ ਤੁਹਾਡੇ ਨਾਲ ਖੜ ਗਿਆ, ਫੇਰ ਤੇ ਜਾਟ ਹੰਕਾਰਿਆਂ ਦਾ ਮੁਕਾਬਲਾ ਪੱਕਾ। ਨਹੀਂ ਤਾਂ ਮੇਰੇ ਮਰਨ ਤੋਂ ਬਾਅਦ ਤੁਸੀਂ ਸੋਚ ਲਿਓ ਵੀ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਵਰਗਾ ਬੋਲਣ ਵਾਲਾ ਕਿਆ ਕੋਈ ਹੈ? ਦੂਜਾ ਬੰਦਾ ਕੋਈ ਦਿਖਾ ਦਿਓ ਵੀ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਵਰਗਾ ਕੋਈ ਦੂਜਾ ਬੰਦਾ ਹੋਵੇ ਜਿਹੜਾ ਜਾਤ ਹੰਕਾਰਿਆਂ ਨੂੰ ਨੱਥ ਪਾਉਂਦਾ ਹੋਵੇ। ਜਿੱਦਣ ਮੈਨੂੰ ਦੂਜਾ ਬੰਦਾ ਨਜ਼ਰ ਆ ਗਿਆ, ਮੈਂ ਸਮਝਦਾ ਮੈਂ ਬੋਲਣਾ ਬੰਦ ਕਰ ਦੂੰਗਾ, ਕਿਉਂਕਿ ਮੈਂ ਚਾਹੁੰਦਾ ਆ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਵਾਂਗੂ ਮਜ਼ਦੂਰਾਂ, ਗਰੀਬਾਂ, ਮਜਲੂਮਾਂ ਦੇ ਹੱਕਾਂ ਦੇ ਲਈ ਬੋਲਣ ਵਾਲਾ ਕੋਈ ਤੇ ਪੈਦਾ ਹੋਵੇ, ਕੋਈ ਤੇ ਇਹਨਾਂ ਨੂੰ ਨੱਥ ਪਾਵੇ। ਸੋ ਮੈਂ ਜਦੋਂ ਤੱਕ ਜਿਉਂਦਾ ਤੁਹਾਡੇ ਨਾਲ ਵਾਅਦਾ ਆ, ਨੱਥ ਪਾਉਂਦਾ ਰਹੂੰਗਾ, ਜਾਤ ਹੰਕਾਰਿਆਂ ਦੀ ਧੌਣ ਦੇ ਉੱਤੇ ਗੋਡਾ ਰੱਖਦਾ ਹੋਊਂਗਾ। ਇਸ ਦੁਨੀਆ ਦੇ ਵਿੱਚ 4 ਚੀਜ਼ਾਂ ਬਹੁਤ ਕੌੜੀਆਂ ਨੇ। ਪਹਿਲੀ ਕੌੜੀ ਚੀਜ਼ ਆ ਕਨੀਨ। ਤੁਹਾਨੂੰ ਪਤਾ ਵੀ ਕਨੀਨ ਮਲੇਰੀਏ ਦੇ ਬੁਖਾਰ ਨੂੰ ਠੀਕ ਕਰਨ ਵੇਲੇ ਡਾਕਟਰ ਦਿੰਦੇ ਹੁੰਦੇ ਸੀ, ਬਹੁਤ ਕੌੜੀ ਹੁੰਦੀ ਸੀ ਕਨੀਨ। ਦੂਜੀ ਕੌੜੀ ਚੀਜ਼ ਆ ਨਿੰਮ, ਔਰ ਨਿੰਮ ਵੀ ਦਵਾਈ ਆ, ਕਨੀਨ ਵੀ ਦਵਾਈ ਆ। ਜਿਹਦੇ ਤੇ ਅੰਦਰ ਲੰਘ ਗਈ ਕੌੜੀ ਚੀਜ਼, ਉਹਦੇ ਰੋਗ ਟੁੱਟ ਜਾਣਗੇ। ਤੀਜੀ ਕੌੜੀ ਚੀਜ਼ ਆ ਕਰੇਲਾ। ਕਈ ਲੋਕ ਸਵੇਰੇ ਉੱਠ ਕੇ, ਜਿਨ੍ਹਾਂ ਦੀ ਜ਼ਿੰਦਗੀ ਆਖਰੀ ਸਾਹਾਂ ਤੇ ਬਚੀ ਹੋਈ ਆ, ਡਾਕਟਰ ਕਹਿੰਦਾ ਵੀ ਹੁਣ ਕਰੇਲਾ ਖਾ ਲਾ ਤਾਂ ਬਚੇਗਾ, ਉਹ ਕਰੇਲਾ ਖਾਂਦੇ ਆ ਤੇ ਉਹਨਾਂ ਦੀ ਜ਼ਿੰਦਗੀ ਬਚਦੀ ਹੈ, ਕਿਉਂਕਿ ਉਹ ਕਰੇਲਾ ਵੀ ਜਦੋਂ ਇੱਥੋਂ ਲੰਘ ਗਿਆ ਥੱਲੇ, ਉਹ ਰੋਗ ਕੱਟ ਦਿੰਦਾ। ਇਹ 3 ਚੀਜ਼ਾਂ ਤੁਸੀਂ ਜਾਣਦੇ ਹੋ ਕੌੜੀਆਂ ਨੇ। ਤੇ ਚੌਥੀ ਚੀਜ਼ ਕੌੜੀ ਆ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ। ਇਹ ਇਲਾਜ ਕੀ ਕਰਦੀ ਆ? ਇਹ ਧੌਣ ਦੇ ਵਿੱਚੋਂ ਤੇ ਧੌਣ ਚੋਂ ਤਿਲਕ ਕੇ ਜਿਨ੍ਹਾਂ ਦੇ ਪਿਛਵਾੜੇ 'ਚ ਜਾਤ ਹੰਕਾਰ ਦਾ ਕਿੱਲਾ ਫਸਿਆ ਆ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਚੌਥੀ ਚੀਜ਼ ਕੌੜੀ, ਜਿਹੜਾ ਧੌਣ ਚੋਂ ਤੇ ਧੌਣ ਚੋਂ ਤਿਲਕ ਕੇ ਪਿਛਵਾੜੇ 'ਚ ਫਸੇ ਹੋਏ ਜਾਤ ਦੇ ਕਿੱਲੇ ਨੂੰ ਕੱਢਣ ਵਾਲੀ ਦਵਾਈ ਆ। ਜਿਹਦੇ ਅੰਦਰ ਲੰਘ ਗਈ, ਉਹਦਾ ਕਿੱਲਾ ਵੀ ਨਿਕਲ ਗਿਆ, ਸੌਖਾ ਹੋ ਜਾਊਗਾ, ਉਹਨੂੰ ਰਾਹਤ ਮਿਲ ਜੂਗੀ। ਅਕਸਰ ਕਈਆਂ ਨੂੰ ਇਲਾਜ ਕਰਨ ਦੇ ਲਈ ਉਹਨਾਂ ਦੀ ਬਵਾਸੀਰ ਵਾਲੀ ਥਾਂ ਤੇ ਲਾਲ ਮਿਰਚ ਲਾਉਣੀ ਪੈਂਦੀ ਆ। ਤੁਹਾਨੂੰ ਕਮੈਂਟਾਂ 'ਚ ਦਿਖ ਜੂ ਕਿਹਦੀ ਬਵਾਸੀਰ ਵਾਲੀ ਥਾਂ ਦੇ ਉੱਤੇ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਨੇ ਲਾਲ ਮਿਰਚ ਲਾਤੀ ਆ, ਤੇ ਉਹਨਾਂ ਨੂੰ ਦੇਖੋ ਕਿੱਦਾਂ ਤੜਫਾ ਮਿੱਟੀ ਲੱਗੀ ਪਈ ਆ। ਆਹ ਦੇਖੋ ਵੀਰੋ, ਓਏ ਹੋਏ ਹੋਏ ਹੋਏ, ਮੈਂ ਇੱਥੇ ਦੇਖਣ ਡਿਆ ਆ ਵੀਰੋ, ਇੰਨੇ ਮਰੀਜ਼ ਬਵਾਸੀਰ ਵਾਲੇ ਜਿਹੜੇ ਗਾਲਾਂ ਕੱਢਣ ਡੇ ਆ, ਗਲਤ ਬੋਲਦੇ ਆ, ਕਮੈਂਟ ਗਲਤ ਕਰਦੇ ਆ, ਇਹ ਸਿਰਫ ਉਹਨਾਂ ਲੋਕਾਂ ਨੂੰ ਤੜਫਦੇ ਹੋਏ ਮੈਂ ਦੇਖਦਾ ਪਿਆ ਆ। ਓਏ ਹੋਏ 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 ਹੋਏ, ਬੱਲੇ ਬੱਲੇ ਬੱਲੇ, ਇਹਨਾਂ ਜਿਹੜੇ ਤੜਫਦੇ ਪਏ ਆ, ਗਲਤ ਕਮੈਂਟ ਕਰ ਰਹੇ ਆ, ਗਾਲਾਂ ਕੱਢ ਰਹੇ ਆ, ਇਹਨਾਂ ਦੀ ਬਵਾਸੀਰ ਵਾਲੀ ਥਾਂ ਦੇ ਉੱਤੇ ਮੈਂ ਚੁੰਡੀ ਭਰ ਕੇ ਲਾਲ ਮਿਰਚਾਂ ਦੀ ਤਿੱਖੀ ਭਰ ਦਿੱਤੀ ਆ। ਜਿੱਦਾਂ ਮਾਂਗ 'ਚ ਸੰਧੂਰ ਭਰਦੇ ਆ, ਏਦਾਂ ਇਹਨਾਂ ਦੀ ਬਵਾਸੀਰ ਵਾਲੀ ਥਾਂ 'ਚ ਮੈਂ ਲਾਲ ਮਿਰਚਾਂ ਦਾ ਸੰਧੂਰ ਭਰ ਦਿੱਤਾ ਆ। ਦੇਖੋ ਇਹਨਾਂ ਨੂੰ ਕਿੱਦਾਂ ਮਿਰਚਾਂ ਲੱਗੀਆਂ ਪਈਆਂ ਆ। ਇਹਨਾਂ ਨੂੰ ਮਾੜਾ ਜਿਹਾ ਇਲਾਜ ਦੱਸ ਦਿਆ ਕਰੋ ਵੀ ਬਰਫ਼ ਦੀ ਟਕੋਰ ਕਰਨ ਜਾਂ ਬਰਨੋਲ ਲਾ ਲੈਣ, ਉਹਦੇ ਨਾਲ ਬੜੀ ਰਾਹਤ ਮਿਲੂਗੀ। ਧੰਨਵਾਦ ਸਾਥੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸੇ ਜਾਤ ਦਾ ਵਿਰੋਧੀ ਨਹੀਂ ਆ, ਜਾਤ ਦਾ ਹੰਕਾਰ ਕਰਨ ਵਾਲਿਆਂ ਦਾ ਵਿਰੋਧੀ ਆ, ਵਿਪਰਵਾਦੀ ਸੋਚ ਰੱਖਣ ਵਾਲਿਆਂ ਦਾ ਵਿਰੋਧੀ ਆ। ਸਿਰਾਂ ਤੇ ਪੱਗਾਂ ਬੰਨ ਕੇ ਜਾਤ ਗੋਤ ਦਾ ਹੰਕਾਰ ਕਰਨ ਵਾਲਾ ਸਿੱਖ ਨਹੀਂ ਆ। ਉਹਨਾਂ ਦਾ ਵਿਰੋਧ ਕਰੋ ਔਰ ਦੁਨੀਆ ਨੂੰ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦੱਸੋ। ਪਿੰਡਾਂ 'ਚ ਜੋ ਵੀ ਇਹ ਗਰੀਬਾਂ ਦੇ ਨਾਲ ਕਰਦੇ ਆ ਮਾੜਾ ਵਰਤਾਓ, ਉਹਨਾਂ ਦੀਆਂ ਕਾਲੀਆਂ ਕਰਤੂਤਾਂ ਵੀਡੀਓ ਬਣਾਇਆ ਕਰੋ, ਮੇਰੇ ਕੋਲ ਭੇਜਿਆ ਕਰੋ। ਮੈਂ ਆਜ਼ਾਦ ਆ, ਮੈਨੂੰ ਲਾਇਸੈਂਸ ਮਿਲਿਆ ਹੋਇਆ ਆ। ਮੈਂ ਆਪਣੇ ਪੇਜ ਤੋਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਆਪ ਵੀ ਬੋਲ ਕੇ ਦੱਸਦਾ ਰਹੂੰਗਾ, ਤੇ ਜੇ ਕੋਈ ਵੀਡੀਓ ਬਣਾ ਕੇ ਕੋਈ ਮਾਈ ਭਾਈ ਮੈਨੂੰ ਭੇਜੂਗਾ ਤੇ ਉਹ ਕਾਲੀਆਂ ਕਰਤੂਤਾਂ ਇਹਨਾਂ ਨੂੰ ਮੈਂ ਦੱਸਦਾ ਰਹੂੰਗਾ। ਇਹਨਾਂ ਦੇ ਉੱਤੇ ਬੜਾ ਤਰਸ ਆ ਰਿਹਾ ਯਾਰ। ਵੇਖੋ ਕਿੱਦਾਂ ਲਾਲ ਮਿਰਚ ਲੱਗੀ ਹੋਈ ਆ ਬਵਾਸੀਰ ਵਾਲੀ ਥਾਂ ਤੇ, ਵੇਖੋ ਕਿੱਦਾਂ ਤੜਫਣ ਡੇ ਆ। ਇਹਨਾਂ ਨੂੰ ਹੁਣ ਇਹ ਆ ਵੀ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਖੰਡ ਦੀ ਚੁੰਡੀ
ਤੁਸੀਂ ਆਪਣੀ ਬਵਾਸੀਰ ਵਾਲੀ ਥਾਂ ਤੇ ਲਾ ਲਓ, ਕਿਉਂਕਿ ਖੰਡ ਜਿਹੜੀ ਆ ਉਹ ਸਿਰਫ ਜੀਭ ਦੀਆਂ ਮਿਰਚਾਂ ਦਾ ਜਿਹੜਾ ਟੇਸਟ ਆ, ਸਾੜ ਆ, ਉਹਨੂੰ ਘਟਾਉਂਦੀ ਆ ਖੰਡ। ਤੇ ਅਦਰਵਾਈਜ਼ ਜਿਹੜੀ ਬਵਾਸੀਰ ਵਾਲੀ ਥਾਂ ਦੇ ਉੱਤੇ ਲਾਲ ਮਿਰਚ ਲੱਗੀ ਆ, ਉੱਥੇ ਬਰਫ਼ ਦੀ ਟਕੋਰ ਕਰ ਲੈਣ, ਬਰਨੋਲ ਲਾ ਲੈਣ, ਇਹ ਦੱਸ ਦਿਓ, ਇਹਦੇ ਨਾਲ ਇਹਨਾਂ ਨੂੰ ਠੰਡ ਪੈ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। जो बोले सो निर्भय। भगवान वाल्मीकि जी महाराज की जय। सतगुरु रविदास जी महाराज जी की जय। जय श्री राम, जय वीर बजरंगी, हर हर महादेव। जय मसीदी, नमो बुद्धा। नाराय तकबीर, अल्लाहु अकबर। नाराय तकबीर, अल्लाहु अकबर। इंसानियत जिंदाबाद। मेरा धर्म इंसानियत आ, इंसानियत जिंदाबाद। धर्म का गुंडा एक नहीं रहन देना पंजाब च, जेड़े धर्म नूं ढाल बना के गरीबां दे कतल करनगे। एक भी धर्म का गुंडा पंजाब च रहन नहीं देना। मेरे हिंदू भरावो, मेरे मुसलमान भरावो, मेरे असली सिद्धांतक सिख भरावो, बौद्धी जैनी ईसाई भरावो, SC BC सारे जाणिओ इकट्ठे हो जाओ। इदां दे जात हंकारियां नूं जदों असीं डूमणा बन के इकट्ठे पै जांगे, इन्हां नूं चड्डियां च पूछ दवा के अफगानिस्तान तक छड्ड के आवांगे। धन्नवाद। शेयर कर देना तुसीं।